ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਸਾਧ ਸੰਗਤ ਜੀ, ਜੁਗੋ ਜੁਗ ਅਟਲ ਗੁਰਤਾ ਗੱਦੀ ਤੇ ਸ਼ੁਭਾਇਮਾਨ। ਪੂਰਨ ਪ੍ਰਤੱਖ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਰਹਿਮਤ ਬਖਸ਼ਿਸ਼ ਹੋ ਰਹੀ ਹੈ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਦੀ ਮਿਹਰ ਦਾ ਸਦਕਾ ਸੰਧਿਆ ਦੇ ਵੇਲੇ ਗੁਰਦੁਆਰਾ ਸ਼ਹੀਦ ਬਾਬਾ ਨਿਹਾਲ ਸਿੰਘ ਜੀ ਨਗਰ ਤਲਣ ਵਿਖੇ ਗੁਰੂ ਕੀ ਹਾਜ਼ਰ ਹਜ਼ੂਰੀ ਅੰਦਰ ਬੈਠ ਕੇ ਗੁਰੂ ਕੀ ਬਾਣੀ ਦੇ ਕੀਰਤਨ ਰਹਿਰਾਸ ਸਾਹਿਬ ਦੇ ਪਾਠ ਤੋਂ ਉਪਰੰਤ ਸਤਿਗੁਰਾਂ ਦੇ ਇਤਿਹਾਸ ਦੀ ਚੱਲ ਰਹੀ ਲੜੀਵਾਰ ਇਤਿਹਾਸਕ ਕਥਾ ਦੇ ਪ੍ਰਸੰਗ ਨੂੰ ਸਰਵਣ ਕਰਨ ਦੇ ਲਈ ਗੁਰੂ ਚਰਨਾਂ ਵਿੱਚ ਸੰਗਤ ਰੂਪ ਵਿੱਚ ਸ਼ਰਧਾ ਭਾਵਨਾ ਦੇ ਨਾਲ ਅਦਬ ਦੇ ਸਹਿਤ ਜੁੜ ਬੈਠੇ ਹਾਂ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸੋਹਣਾ ਸੁੰਦਰ ਇਤਿਹਾਸ ਆਪਾਂ ਨਿੱਤਾ ਪ੍ਰਤੀ ਲੜੀਵਾਰ ਸਰਵਣ ਕਰਦੇ ਆ ਰਹੇ ਹਾਂ। ਸਤਿਗੁਰੂ ਜੀ ਦੀ ਮਿਹਰ ਦਾ ਸਦਕਾ ਸਤਿਗੁਰੂ ਜੀ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਬਿਰਾਜਦੇ ਹਨ ਔਰ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਗੁਰੂ ਕੇ ਸਿੱਖਾਂ ਨੂੰ ਰਹਿਤ ਮਰਿਆਦਾ ਦੇ ਬਚਨ ਔਰ ਜਿਹੜੇ ਹੋਰ ਅਨ ਧਰਮਾਂ ਦੇ ਵਿੱਚੋਂ ਕੋਈ ਲੋਕ ਆਉਂਦੇ ਆ ਉਹ ਸਿੱਖ ਕਿਵੇਂ ਬਣਨ, ਉਹ ਆਪਣਾ ਪਿਛਲਾ ਕਿਰਿਆ ਕਰਮ ਕਿਵੇਂ ਤਿਆਗਣ ਔਰ ਕਿਵੇਂ ਗੁਰੂ ਕੀ ਸਿੱਖੀ ਵਿੱਚ ਪ੍ਰਪੱਕ ਹੋਣ, ਇਹ ਸਾਰੇ ਬਚਨ ਸਤਿਗੁਰਾਂ ਨੇ ਬੜੇ ਵਿਸਥਾਰ ਸਹਿਤ ਪਿਛਲੇ ਪ੍ਰਸੰਗ ਦੇ ਵਿੱਚ ਦੱਸੇ ਹੈ। ਅਤੇ ਇਸ ਪ੍ਰਸੰਗ ਦੇ ਵਿੱਚ ਵੀ ਗਰੀਬ ਨਵਾਜ਼ ਸੱਚੇ ਪਾਤਸ਼ਾਹ ਕਿਰਪਾ ਕਰਨਗੇ। ਅਸਲ ਬ੍ਰਾਹਮਣ ਕੌਣ ਹੈ, ਕਿਸ ਤਰ੍ਹਾਂ ਦਾ ਬ੍ਰਾਹਮਣ ਹੋਣਾ ਚਾਹੀਦਾ ਹੈ, ਸਿੱਖ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ, ਸੋ ਇਹ ਸਾਰੀਆਂ ਗੱਲਾਂ ਨੂੰ ਬੜੇ ਵਿਸਥਾਰ ਦੇ ਸਹਿਤ ਸਤਿਗੁਰੂ ਸੱਚੇ ਪਾਤਸ਼ਾਹ ਜੀ ਗੁਰੂ ਕੀ ਸੰਗਤ ਦੇ ਵਿੱਚ ਪ੍ਰਗਟ ਕਰਕੇ ਦੱਸਣਗੇ। ਸੋ ਆਓ, ਜਿਵੇਂ ਅੱਜ ਦਾ ਇਤਿਹਾਸਕ ਪ੍ਰਸੰਗ ਆ ਰਿਹਾ ਹੈ, ਬੜੇ ਪਿਆਰ ਦੇ ਨਾਲ ਗੁਰੂ ਚਰਨਾਂ ਵਿੱਚ ਜੁੜ ਕੇ ਸਰਵਣ ਕਰੀਏ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਦੋਹਾ। ਪ੍ਰਥਮ ਸਮੈ ਸ਼੍ਰੀ ਗੁਰੂ ਜੀ ਧਰਮ ਸੋਬਰੀ ਸ਼ਾਹਿਤ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ, ਜੋ ਉਹਨਾਂ ਨੇ ਇਹ 100 ਸਾਖੀ ਦਾ ਜਿਹੜਾ ਗ੍ਰੰਥ ਹੈ ਭਾਈ ਰਾਮ ਕੁਆਰ ਜੀ ਦਾ ਲਿਖਿਆ ਹੋਇਆ, ਭਾਈ ਸਾਹਿਬ ਸਿੰਘ ਜੀ ਦੁਆਰਾ ਲਿਖਿਆ ਹੋਇਆ, ਸੋ ਉਹਨਾਂ ਸਾਖੀਆਂ ਦਾ ਉਲੱਥਾ ਕਰਦੇ ਹੋਏ ਇੱਥੇ 64ਵੀਂ ਸਾਖੀ ਜਿਹੜੀ ਹੈ 100 ਸਾਖੀ ਦੀ, ਉਹਦਾ ਤਰਜਮਾ ਕਰਦੇ ਹੋਏ ਉਲੱਥਾ ਕਰਦੇ ਹੋਏ ਦੱਸ ਰਹੇ ਹਨ ਕਿ ਪ੍ਰਥਮ ਸਮੇਂ ਇੱਕ ਵਾਰ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ, ਉਹਨਾਂ ਦੇ ਮਨ ਦੀ ਮੌਜ ਬਣੀ ਕਿ ਧਰਮੀ ਲੋਕਾਂ ਦੀ ਪ੍ਰੀਖਿਆ ਕੀਤੀ ਜਾਵੇ, ਧਰਮ ਦੇ ਵਿੱਚ ਕੌਣ ਕੌਣ ਪ੍ਰਪੱਕ ਹੈ। ਇਸ ਪ੍ਰਕਾਰ ਦਾ ਫੁਰਨਾ ਕਰਕੇ ਧਰਮ ਦੀ ਪ੍ਰੀਖਿਆ ਵਾਸਤੇ, ਧਰਮੀਆਂ ਦੀ ਪ੍ਰੀਖਿਆ ਦੇ ਲਈ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਐਸਾ ਇੱਕ ਕੌਤਕ ਰਚਿਆ ਕਿ ਇੱਕ ਬਹੁਤ ਵੱਡਾ ਬ੍ਰਹਮ ਭੋਜ, ਬਹੁਤ ਵੱਡਾ ਲੰਗਰ ਭੰਡਾਰਾ ਯੱਗ ਕੀਤਾ ਅਤੇ ਉਸ ਭੋਜਨ ਦੇ ਵਾਸਤੇ ਬਹੁਤ ਸਾਰੇ ਲੋਕਾਂ ਨੂੰ, ਧਰਮੀ ਕਹਾਉਣ ਵਾਲਿਆਂ ਨੂੰ, ਇਹਨਾਂ ਨੂੰ ਸਾਰਿਆਂ ਨੂੰ ਨਿਉਤਾ ਦਿੱਤਾ, ਨਿਉਂਦਾ ਦਿੱਤਾ, ਸੱਦਾ ਦਿੱਤਾ ਕਿ ਆ ਕੇ ਤੁਸੀਂ ਇਸ ਮਹਾਯੱਗ ਵਿੱਚ, ਮਹਾ ਭੰਡਾਰੇ ਵਿੱਚ, ਗੁਰੂ ਕੇ ਲੰਗਰ ਦੇ ਵਿੱਚ ਭੋਜਨ ਪ੍ਰਸ਼ਾਦਾ ਛਕਣਾ ਹੈ। ਅਤੇ ਨਾਲ ਹੀ ਇਹ ਸੰਕੇਤ ਵੀ ਦਿੱਤਾ, ਨਾਲ ਹੀ ਇਸ ਤਰ੍ਹਾਂ ਵੀ ਆਖਿਆ, ਸਤਿਗੁਰੂ ਜੀ ਨੇ ਉੱਚੀ ਆਵਾਜ਼ ਦੇ ਵਿੱਚ ਆਖਿਆ ਕਿ ਭਾਈ ਜਿਹੜਾ ਕੋਈ ਮਾਸ ਖਾਏਗਾ ਬ੍ਰਾਹਮਣ ਆ ਕੇ, ਕਹਿੰਦੇ ਉਹਨੂੰ ਇੱਕ ਅਸ਼ਰਫੀ, ਇੱਕ ਅਕਬਰੀ ਸੋਨੇ ਦੀ ਮੋਹਰ ਦਿੱਤੀ ਜਾਵੇਗੀ ਦਛਣਾ ਦੇ ਵਿੱਚ, ਅਤੇ ਉਹ ਆਪਣੇ ਘਰ ਲੈ ਕੇ ਚਲਿਆ ਜਾਵੇ। ਹਾਂ, ਜਿੱਥੇ ਕਹਿੰਦੇ ਮਾਸ ਖਾਣ ਵਾਲੇ ਬ੍ਰਾਹਮਣ ਨੂੰ ਇੱਕ ਸੋਨੇ ਦੀ ਮੋਹਰ ਦਿੱਤੀ ਜਾਵੇਗੀ
ਜਿਹੜੀ ਕਿ ਚਾਂਦੀ ਦੇ 7 ਰੁਪਈਆਂ ਦੇ ਬਰਾਬਰ ਉਸ ਵੇਲੇ ਹੁੰਦੀ ਸੀ। ਕਹਿੰਦੇ ਮਾਸ ਖਾਣ ਵਾਲੇ ਨੂੰ ਇੱਕ ਸੋਨੇ ਦੀ ਮੋਹਰ ਦਿੱਤੀ ਜਾਵੇਗੀ, ਅਤੇ ਜਿਹੜਾ ਖੀਰ ਖੰਡ ਦਾ ਭੋਗਤਾ ਹੈ, ਵੈਸ਼ਨੋ ਛਕਣ ਵਾਲਾ ਹੈ, ਖੀਰ ਖਾਣ ਵਾਲਾ, ਖੰਡ ਖਾਣ ਵਾਲਾ, ਘਿਓ ਖਾਣ ਵਾਲਾ ਹੈ, ਕਹਿੰਦੇ ਜਿਹੜਾ ਬ੍ਰਾਹਮਣ ਉਹ ਭੋਜਨ ਛਕੇਗਾ, ਕਹਿੰਦੇ ਉਹਨੂੰ ਸਿਰਫ 1 ਰੁਪਈਆ ਮਿਲੇਗਾ। ਆਏ ਚੁਕੇ ਬਹੁ ਲੋਭ ਕਰ ਮਾਸ ਆਹਾਰੀ ਆਏ। ਹੁਣ ਜਿਸ ਵੇਲੇ ਸਤਿਗੁਰੂ ਜੀ ਦਾ ਇਹ ਬ੍ਰਹਮ ਭੋਜ ਲੰਗਰ ਵਰਤਣਾ ਸ਼ੁਰੂ ਹੋ ਗਿਆ, ਗੁਰੂ ਕੇ ਲੰਗਰ ਦੇ ਵਿੱਚ ਜੋ ਵੈਸ਼ਨੋ ਭੋਜਨ ਬਣਿਆ ਹੋਇਆ ਸੀ ਸੋ ਉਹ ਵਰਤਣਾ ਸ਼ੁਰੂ ਹੋ ਗਿਆ, ਅਤੇ ਉਹ ਆ ਕੇ ਬ੍ਰਾਹਮਣਾਂ ਨੇ ਖਾਣਾ ਸ਼ੁਰੂ ਕਰ ਦਿੱਤਾ, ਛਕਣਾ ਸ਼ੁਰੂ ਕਰ ਦਿੱਤਾ। ਪਰ ਜਦੋਂ ਸਤਿਗੁਰੂ ਜੀ ਦੇ ਐਸੇ ਬਚਨ ਸੁਣੇ ਵੀ ਜਿਹੜਾ ਇਹ ਖੀਰ ਖੰਡ ਖਾਵੇਗਾ ਉਹਨੂੰ 1 ਰੁਪਈਆ ਮਿਲੇਗਾ, ਅਤੇ ਜਿਹੜਾ ਸਤਿਗੁਰਾਂ ਨੇ ਇਸੇ ਤਰ੍ਹਾਂ ਬੋਲ ਦਿੱਤਾ, ਉੱਥੇ ਕਹਿ ਦਿੱਤਾ ਉੱਚੀ ਆਵਾਜ਼ ਦੇ ਵਿੱਚ, ਕਹਿੰਦੇ ਇੱਕ ਵੱਖਰੀ ਪੰਗਤ ਲੱਗੇਗੀ, ਉਹਦੇ ਵਿੱਚ ਮਾਸ ਵਰਤੇਗਾ, ਅਤੇ ਜਿਹੜਾ ਬ੍ਰਾਹਮਣ ਆ ਕੇ ਮਾਸ ਖਾਵੇਗਾ ਉਹਨੂੰ 1 ਸੋਨੇ ਦੀ ਮੋਹਰ ਮਿਲੇਗੀ। ਜਦੋਂ ਕਹਿੰਦੇ ਉਹ ਪੰਗਤ ਦੇ ਵਿੱਚ ਬੈਠ ਕੇ ਜਿਹੜੇ ਖੀਰ ਖੰਡ ਖਾ ਰਹੇ ਸਨ, ਜਿਸ ਤਰ੍ਹਾਂ ਦਾ ਭੋਜਨ ਅਸਲ ਵਿੱਚ ਬਣਿਆ ਹੋਇਆ ਸੀ ਲੰਗਰ ਦੇ ਵਿੱਚ, ਉਹਨਾਂ ਨੇ ਸੁਣਿਆ, ਅਤੇ ਉਸ ਵੇਲੇ ਕਹਿੰਦੇ ਖਾਏ ਚੁੱਕੇ ਬਹੁ ਲੋਭ ਕਰ ਮਾਸ ਆਹਾਰੀ ਆਏ। ਪਹਿਲੇ ਹੀ ਉਹਨਾਂ ਨੇ ਲੋਭ ਲਾਲਚ ਕਰਕੇ ਬੜਾ ਖੀਰ ਖੰਡ ਖਾਧਾ ਸੀ, ਜੋ ਵੈਸ਼ਨੋ ਭੋਜਨ ਗੁਰੂ ਕੇ ਲੰਗਰ ਵਿੱਚ ਜੋ ਬਣਦਾ ਹੀ ਆ ਬਣਿਆ ਹੋਇਆ ਸੀ। ਜਦੋਂ ਉਹਨਾਂ ਨੇ ਇਹ ਗੱਲ ਸੁਣੀ ਕਿ ਸੋਨੇ ਦੀ ਮੋਹਰ ਮਿਲੇਗੀ, ਭਾਵ 7 ਗੁਣਾ ਵੱਧ ਫਾਇਦਾ ਹੋਏਗਾ 1 ਰੁਪਈਏ ਨਾਲੋਂ, ਚਾਂਦੀ ਦੇ 7 ਰੁਪਈਆਂ ਦੇ ਬਰਾਬਰ ਜਿਸ ਅਕਬਰੀ ਅਸ਼ਰਫੀ ਦਾ ਮੋਹਰ ਦਾ ਮੁੱਲ ਹੈ ਉਹ ਮਾਸ ਖਾਣ ਨਾਲ ਮਿਲੇਗੀ, ਤਾਂ ਉਹ ਭੱਜ ਕੇ ਦੌੜ ਕੇ ਉਸ ਪੰਗਤ ਦੇ ਵਿੱਚ ਆ ਕੇ ਬੈਠ ਗਏ। ਪਰ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਤਾਂ ਪ੍ਰੀਖਿਆ ਕਰਨੀ ਸੀ, ਕਦੇ ਗੁਰੂ ਕੇ ਲੰਗਰ ਦੇ ਵਿੱਚ ਮਾਸ ਥੋੜ੍ਹਾ ਹੀ ਬਣਦਾ ਹੈ। ਸਤਿਗੁਰ ਨੇ ਤਾਂ ਉਹਨਾਂ ਨੂੰ ਪਰਖਣ ਹਿਤ ਆਖਿਆ ਸੀ। ਕਹਿੰਦੇ ਜਦੋਂ ਉਹ ਦੌੜ ਕੇ ਭੱਜ ਕੇ ਦੂਜੇ ਪਾਸੇ ਦੂਜੀ ਪੰਗਤ ਦੇ ਵਿੱਚ ਜਾ ਬੈਠੇ ਵੀ ਇੱਥੇ ਮਾਸ ਵਰਤੂਗਾ ਅਤੇ 1 ਸੋਨੇ ਦੀ ਮੋਹਰ ਮਿਲੂਗੀ, ਤਾਂ ਉਸ ਵੇਲੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਫਿਰ ਉਲਟਾ ਕਰ ਦਿੱਤਾ ਕੰਮ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਉਸ ਵੇਲੇ ਜਿਨ੍ਹਾਂ ਨੇ ਖੀਰ ਆਦਿਕ ਜਿਹੜਾ ਲੰਗਰ ਦੇ ਵਿੱਚ ਭੋਜਨ ਪ੍ਰਸ਼ਾਦਾ ਬਣਿਆ ਹੋਇਆ ਸੀ ਉੱਧਰਲੇ ਪਾਸੇ ਹੀ ਜਿਹੜੇ ਬੈਠੇ ਰਹੇ, ਉਹਨਾਂ ਨੂੰ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਉਸ ਵੇਲੇ ਕਹਿੰਦੇ 1 ਜਿਹੜੀ ਸੋਨੇ ਦੀ ਮੋਹਰ ਦੇ ਦਿੱਤੀ, ਅਤੇ ਜਿਹੜੇ ਮਾਸ ਖਾਣ ਵਾਲੀ ਲਾਈਨ ਦੇ ਵਿੱਚ ਆ ਕੇ ਪੰਕਤੀ ਦੇ ਵਿੱਚ ਬੈਠ ਗਏ ਸਨ ਉਹਨਾਂ ਨੂੰ ਸਗੋਂ ਉਲਟਾ 1 ਰੁਪਈਆ ਦਿੱਤਾ। ਉਸ ਵੇਲੇ ਸਤਿਗੁਰਾਂ ਨੇ ਬਚਨ ਆਖੇ ਕਿ ਕਹਿੰਦੇ ਜਿਹੜੇ ਧਨ ਦੇ ਲੋਭੀ ਆ ਨਾ, ਇਹ ਤਾਂ ਧਰਮ ਤੋਂ ਹੀਣੇ ਆ। ਧਨ ਦੇ ਲਾਲਚ ਵਿੱਚ ਆ ਕੇ ਮਾਸ ਖਾਣ ਵਾਸਤੇ ਵੀ ਤਿਆਰ ਹੋ ਗਏ। ਅਸੀਂ ਮਾਸ ਬਣਾਇਆ ਨਹੀਂ, ਪਰ ਅਸੀਂ ਤਾਂ ਵੈਸੇ ਹੀ ਪਰਖਣ ਵਾਸਤੇ ਕਿਹਾ ਸੀ ਕਿ ਸੋਨੇ ਦੀ ਮੋਹਰ ਮਿਲੇਗੀ। ਇਹ ਦੂਜੀ ਪੰਕਤੀ ਵਿੱਚ ਉੱਧਰੋਂ ਵੀ ਰੱਜ ਕੇ ਆ ਗਏ ਅਤੇ ਇੱਧਰ ਵੀ ਆ ਕੇ ਬੈਠ ਗਏ ਕਿ ਸਾਨੂੰ ਸੋਨੇ ਦੀ ਮੋਹਰ ਵੀ ਮਿਲ ਜਾਵੇ। ਇਹ ਕਹਿੰਦੇ ਐਸੇ ਜਿਹੜੇ ਲੋਭੀ ਲੋਕ ਹੈ ਇਹਨਾਂ ਦਾ ਧਰਮ ਧੁਰਮ ਕੋਈ ਨਹੀਂ, ਇਹ ਤਾਂ ਧਰਮ ਤੋਂ ਹੀਣ, ਧਰਮ ਤੋਂ ਵਿਹੂਣੇ ਹਨ, ਖਾਲੀ ਹਨ। ਤੇ ਸਤਿਗੁਰੂ ਜੀ ਕਹਿੰਦੇ ਜਿਹੜੇ ਆ ਪੰਕਤੀ ਦੇ ਵਿੱਚ ਹੀ ਬੈਠੇ ਰਹੇ ਤੇ ਜਿਨ੍ਹਾਂ ਨੇ ਕਹਿੰਦੇ ਕੋਈ ਲੋਭ ਲਾਲਚ ਨਹੀਂ ਕੀਤਾ, ਇਹ ਕਹਿੰਦੇ ਅਸਲ ਵਿੱਚ ਸਾਧੂ ਹਨ ਤੇ ਧਰਮ ਕਮਾਇਓ ਸਤ। ਇਹਨਾਂ ਨੇ ਸਤ ਕਰਕੇ ਅਸਲ ਦੇ ਵਿੱਚ ਧਰਮ ਨੂੰ ਕਮਾਇਆ ਹੈ। ਸਤਿਗੁਰੂ ਜੀ ਕਹਿੰਦੇ ਜਿਹੜਾ ਬ੍ਰਾਹਮਣ ਮਾਸ ਖਾਂਦਾ ਹੈ ਤੇ ਕਹਿੰਦੇ ਉਹ ਕਾਹਦਾ ਵਿਪਰ ਹੈ, ਕਾਹਦਾ ਵੇਦਾਂ ਦਾ ਪਾਠੀ ਹੈ, ਕਾਹਦਾ ਉਹ ਮੰਤਰਾਂ ਦਾ ਉਚਾਰਨ ਵਾਲਾ ਧਰਮੀ ਹੈ। ਮਾਸ ਖਾਏ ਸੋ ਵਿਪਰ ਕਹਾ ਸੋ ਚੰਡਾਲ ਕਾ ਮਿੱਤ, ਕਹਿੰਦੇ ਉਹ ਤਾਂ ਚੰਡਾਲ ਦਾ ਮਿੱਤਰ ਹੈ। ਜਾਂ ਹੇ ਮਿੱਤਰ ਪਿਆਰੇ ਖਾਲਸਾ ਜੀ, ਉਹ ਬ੍ਰਾਹਮਣ ਤਾਂ ਚੰਡਾਲ ਹੈ। ਉਸ ਤੋਂ ਬਾਅਦ ਫਿਰ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਇਸ ਪ੍ਰਕਾਰ ਬਚਨ ਕੀਤੇ, ਹੇ ਸਿੱਖ ਸੰਗਤ ਜੀ ਧਿਆਨ ਦੇ ਨਾਲ ਸੁਣੋ। ਕਹਿੰਦੇ ਜਿਹੜਾ ਸਿੱਖ ਹੋ ਕੇ ਕਹਿੰਦਾ ਕਿ ਮਾਸ ਖਾਣਾ ਚਾਹੀਦਾ ਤੇ ਜਿਹੜਾ ਬ੍ਰਾਹਮਣ ਹੋ ਕੇ ਕਹਿੰਦਾ ਵੀ ਮਾਸ ਨਹੀਂ ਖਾਣਾ ਚਾਹੀਦਾ, ਸੋ ਮਾਸ ਖਾਣਾ ਚਾਹੀਦਾ ਜਾਂ ਨਹੀਂ ਖਾਣਾ ਚਾਹੀਦਾ, ਇਸ ਪ੍ਰਕਾਰ ਦਾ ਜਿਹੜਾ ਝਗੜਾ ਕਰਦਾ ਹੈ, ਇਸ ਪ੍ਰਕਾਰ ਦਾ ਵਾਦ ਵਿਵਾਦ ਕਰਦਾ ਹੈ।
ਜਦੋਂ ਸਤਿਗੁਰੂ ਜੀ ਇਸ ਪ੍ਰਕਾਰ ਬਚਨ ਕਰ ਰਹੇ ਸਨ, ਸਾਰੀ ਸੰਗਤ ਨੇ ਸਤਿਗੁਰਾਂ ਦੇ ਬਚਨ ਸੁਣੇ ਤੇ ਇਸ ਪ੍ਰਕਾਰ ਬੇਨਤੀ ਕੀਤੀ। ਜੋ ਨਿਜ ਹੋਏ ਸਿੱਖ ਪਾਹੁਲੇ ਤਾਂ ਕੀ ਕਰਨੀ ਕੇ। ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਜੀ, ਜਿਹੜਾ ਦਿਜ, ਜਿਹੜਾ ਬ੍ਰਾਹਮਣ ਪਾਹੁਲੀ ਹੋ ਜਾਂਦਾ ਹੈ, ਜਿਹੜਾ ਬ੍ਰਾਹਮਣ ਖੰਡੇ ਬਾਟੇ ਦਾ ਅੰਮ੍ਰਿਤ ਛਕ ਲੈਂਦਾ ਹੈ, ਉਹਦੀ ਕਰਨੀ ਕਮਾਈ, ਉਹਦੇ ਵਾਸਤੇ ਰਹਿਤ ਮਰਿਆਦਾ ਕੀ ਹੈ। ਵਾਕ ਪਇਓ ਤਬ ਗੁਰੂ ਕਾ ਆਲਮ ਸਿੰਘ ਸਤੂਗਾ। ਉਸ ਵੇਲੇ ਨੇੜੇ ਬੈਠੇ ਭਾਈ ਆਲਮ ਸਿੰਘ ਜੀ, ਜੋ ਸਤਿਗੁਰਾਂ ਦੇ ਬਹਾਦਰ ਸੂਰਮੇ ਯੋਧੇ ਸਨ, ਸਤਿਗੁਰ ਦੇ ਪੁੱਤਰਾਂ ਵਰਗੇ, ਉਹਨਾਂ ਨੂੰ ਆਖਿਆ, ਹੇ ਪੁੱਤਰ ਭਾਈ ਆਲਮ ਸਿੰਘ ਜੀ, ਸਤਰੀ ਧਰਮ ਸੋ ਪਾਏ ਕੇ ਨਿਜ ਤੇ ਪਾਪ ਰਹੂਤ। ਕਹਿੰਦੇ ਜਿਹੜਾ ਬ੍ਰਾਹਮਣ ਅੰਮ੍ਰਿਤ ਛਕ ਕੇ ਛਤਰੀ ਗੁਰੂ ਕਾ ਖਾਲਸਾ ਬਣ ਜਾਂਦਾ, ਸੂਰਮਿਆਂ ਵਾਲਾ ਜਿਹੜਾ ਕਹਿੰਦੇ ਧਰਮ ਧਾਰਨ ਕਰ ਲੈਂਦਾ ਹੈ, ਉਹ ਕਹਿੰਦੇ ਦਿਜ ਤੇ ਭਾਪ ਰਹੂਤ। ਉਹ ਤੇ ਕਹਿੰਦੇ ਬ੍ਰਾਹਮਣ ਤੋਂ ਫਿਰ ਇੰਦਰ ਵਰਗੀ ਉਹਨੂੰ ਪਦਵੀ ਮਿਲ ਜਾਂਦੀ ਹੈ, ਭਾਵ ਸਰਮੌਰ ਦੇਵਤਾ ਬਣ ਜਾਂਦਾ ਹੈ। ਹਾਂ, ਕਹਿੰਦੇ ਉਹਦੀ ਦਿਜਤਾ ਕੀ ਹੈ, ਉਹਦਾ ਬ੍ਰਾਹਮਣ ਪੁਣਾ ਕੀ ਹੈ, ਛਤਰ ਕੀ ਕਰੈ ਖੜਗ ਕੀ ਸੇਵ। ਉਹ ਤੇ ਫਿਰ ਛਤਰੀਆਂ ਵਾਂਗੂ, ਸੂਰਮਿਆਂ ਦੇ ਵਾਂਗੂ ਤਲਵਾਰ ਦੀ ਸੇਵਾ ਕਰੇ। ਨਿਵਤਾ ਦਾਨ ਨਾ ਪੂਜੇ। ਕਹਿੰਦੇ ਉਹ ਨਾ ਨਿਉਂਦਾ ਲਵੇ, ਨਿਉਂਦਾ ਜੋ ਨਿਉਂਦਾ ਦੇ ਦੇ ਕੇ ਘਰਾਂ ਦੇ ਵਿੱਚ ਪ੍ਰੋਹਤਾਂ ਨੂੰ ਸੱਦਦੇ ਆ ਕਿ ਸਾਡੇ ਘਰ ਆ ਕੇ ਪ੍ਰਸ਼ਾਦਾ ਛਕੋ। ਕਹਿੰਦੇ ਇਸ ਪ੍ਰਕਾਰ ਕਹਿੰਦੇ ਉਹ ਨਿਉਂਦਾ ਛਕ ਕੇ, ਭੋਜਨ ਪ੍ਰਸ਼ਾਦਾ ਛਕ ਕੇ ਦਾਨ ਨਾ ਲਵੇ, ਪੂਜਾ ਨਾ ਲਵੇ। ਜੋ ਦੇਸ ਦੁੱਖ ਤੇਵ, ਕਹਿੰਦੇ ਜਿਹੜਾ ਉਹਨੂੰ ਇਸ ਤਰ੍ਹਾਂ ਕਹਿੰਦੇ ਦਾਨ ਪੁੰਨ ਕਰਦਾ ਹੈ, ਬਾਅਦ ਦੇ ਵਿੱਚ ਵੀ ਉਹ ਵਿਪਰਾਂ ਵਾਲੀਆਂ ਗੱਲਾਂ ਕਰਦਾ ਹੈ, ਗੁਰੂ ਕਾ ਸਿੱਖ ਵੀ ਕਹਾਉਂਦਾ ਹੈ। ਤੇ ਕਹਿੰਦੇ ਜਿਹੜਾ ਕੋਈ ਉਹਨੂੰ ਦਾਨ ਦੇਣ ਵਾਲਾ ਹੈ, ਸੋ ਉਹ ਵੀ ਕਹਿੰਦੇ ਦੁੱਖ ਤੇਵ, ਉਹਨੂੰ ਵੀ ਦੁੱਖ ਪ੍ਰਾਪਤ, ਉਹ ਦੁੱਖਾਂ ਦੀ ਪ੍ਰਾਪਤੀ ਹੋਵੇਗੀ, ਦੁਖੀ ਹੋਵੇਗਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਬ੍ਰਾਹਮਣ ਜਿਹੜਾ ਹੈ, ਜਦੋਂ ਗੁਰੂ ਕਾ ਸਿੱਖ ਬਣ ਜਾਵੇ, ਉਹਨੂੰ ਵਿਪਰਨ ਦੀ ਰੀਤੀ ਦਾ ਤਿਆਗ ਕਰ ਦੇਣਾ ਚਾਹੀਦਾ ਹੈ। ਤੇ ਕਹਿੰਦੇ ਇਹੀ ਕਾਰਨ ਹੈ ਕਿ ਅਸੀਂ ਜਦੋਂ ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ, ਜਿਨ੍ਹਾਂ ਵੀ ਬ੍ਰਾਹਮਣਾਂ ਨੂੰ, ਅਸੀਂ ਉਹਨਾਂ ਦਾ ਜਨੇਊ ਉਤਰਵਾ ਦਿੱਤਾ। ਜਾਹੀ ਤੇ ਹਮ ਉਤਰਿਓ ਜਗ ਪਵੀਤ ਕੀ ਆਨ। ਤੇ ਜੋ ਇਹਨਾਂ ਦਾ ਯੱਗਿਓ ਪਵੀਤ ਦੀ ਸਹੁੰ ਇਹ ਖਾਂਦੇ ਹੈ, ਆਪਣੇ ਇਹ ਜੰਜੂ ਦੀ, ਜਨੇਊ ਦੀ, ਸੋ ਇਹ ਸਭ ਅਸੀਂ ਛੁਡਾ ਦਿੱਤੀ ਹੈ। ਮਦਰਾ ਆਮਿਖ ਛੋਰਨਾ। ਕਹਿੰਦੇ ਮਾਸ, ਸ਼ਰਾਬ ਇਤਿਆਦਿਕ ਦੀ ਵਰਤੋਂ ਨੂੰ ਛੱਡ ਦੇਣਾ, ਇਹੀ ਵਿਪਰ ਕੀ ਮਾਨ। ਕਹਿੰਦੇ ਇਹੀ ਵਿਪਰ ਦੀ ਮਾਨਤਾ ਹੈ ਗੁਰੂ ਘਰ ਦੇ ਵਿੱਚ। ਕਹਿੰਦੇ ਉਹਨੂੰ ਤਾਂ ਹੀ ਗੁਰੂ ਕਾ ਸਿੱਖ ਮੰਨਿਆ ਜਾਵੇਗਾ, ਤਾਂ ਹੀ ਗੁਰੂ ਦੇ ਸਿੱਖ ਦੇ ਤੌਰ 'ਤੇ ਮਾਨਤਾ ਦਿੱਤੀ ਜਾਵੇਗੀ, ਜੋ ਮਾਸ, ਸ਼ਰਾਬ ਆਦਿਕ ਦਾ ਸੇਵਨ ਛੱਡਦਾ ਹੈ। ਹਾਂ, ਕਹਿੰਦੇ ਬ੍ਰਾਹਮਣ ਜਿਹੜਾ ਨਾ, ਉਹ ਬ੍ਰਾਹਮਣ ਹੋ ਕੇ ਤੇ ਜੇ ਗੁਰੂ ਦਾ ਸਿੱਖ ਬਣਦਾ, ਫਿਰ ਸਤਿਗੁਰਾਂ ਦੀ ਦੱਸੀ ਹੋਈ ਵਿਧੀ 'ਤੇ ਚੱਲੇ, ਸਤਿਗੁਰਾਂ ਦੀ ਰਹਿਤ ਮਰਿਆਦਾ 'ਤੇ ਚੱਲੇ। ਔਰ ਕੀ ਹੈ ਰਹਿਤ ਮਰਿਆਦਾ? ਗੁਰੂ ਕੀ ਕਹਿੰਦੇ? ਹਿੰਸਾ ਮਾਸ ਨਾ ਖਾਏ, ਹਿੰਸਾ ਨਾ ਕਰੇ, ਐਵੇਂ ਬੇਦੋਸ਼ੇ ਜੀਵਾਂ ਨੂੰ ਨਾ ਮਾਰੇ, ਤੇ ਉਹਨਾਂ ਦੇ ਮਾਸ ਦਾ ਸੇਵਨ ਨਾ ਕਰੇ, ਮਾਸ ਮੀਟ ਨਾ ਖਾਵੇ। ਕਹਿੰਦੇ ਜਿਹੜਾ ਬ੍ਰਾਹਮਣ ਖਾਂਦਾ ਹੈ, ਮਾਸ ਮੀਟੀ ਵਰਤਦਾ ਹੈ, ਮਾਸ ਸ਼ਰਾਬ ਨੂੰ ਵਰਤਦਾ, ਉਹ ਬ੍ਰਾਹਮਣ ਤਾਂ ਕਹਿੰਦੇ ਲੁੱਚਾ ਹੈ। ਖਾਵੇ ਜੋ ਲੁੱਚਾ ਸੋ ਦਿਜ ਸਮ ਚੰਡਾਲ ਕਹਾਏ। ਤੇ ਕਹਿੰਦੇ ਉਹਨੂੰ ਤਾਂ ਚੰਡਾਲ ਆਖਿਆ ਜਾਣਾ ਚਾਹੀਦਾ, ਕਹਾਉਣ ਨੂੰ ਉਹ ਬ੍ਰਾਹਮਣ ਹੈ, ਪਰ ਕਰਮ ਉਹਦੇ ਚੰਡਾਲਾਂ ਵਾਲੇ ਹਨ, ਉਹ ਚੰਡਾਲ ਹੈ। ਕੈਸਾ ਜੀਵਨ ਹੋਣਾ ਚਾਹੀਦਾ ਹੈ? ਕਹਿੰਦੇ ਲੋਭਹੀਨ ਹੋਵੇ, ਲਾਲਚ ਨਾ ਹੋਵੇ ਉਹਨੂੰ ਕਿਸੇ ਪ੍ਰਕਾਰ ਦਾ, ਤੇ ਸਮਤਾ ਧਰੈ, ਸਮਦ੍ਰਿਸ਼ਟਾ ਹੋਵੇ, ਸਭ ਨੂੰ ਬਰਾਬਰਤਾ ਦੀ ਦ੍ਰਿਸ਼ਟੀ ਨਾਲ, ਬਰਾਬਰਤਾ ਦੀ ਨਜ਼ਰ ਨਾਲ ਵੇਖੇ। ਇਹ ਨਾ ਸੋਚੇ ਕਿ ਮੈਂ ਬ੍ਰਾਹਮਣ ਹੈ ਤੇ ਮੈਂ ਉੱਚਾ, ਦੂਜਾ ਕੋਈ ਖੱਤਰੀ ਹੈ, ਸ਼ੂਦਰ ਹੈ, ਵੈਸ਼ ਹੈ, ਉਹ ਮੇਰੇ ਤੋਂ ਨੀਵੇਂ ਹੈ, ਤੇ ਮੈਂ ਬ੍ਰਾਹਮਣ ਹੋਣ ਕਰਕੇ ਉੱਚੀ ਜਾਤ ਦਾ।
ਕਹਿੰਦੇ ਸਮਤਾ ਧਾਰਨ ਕਰ ਲਵੇ, ਸਮਦ੍ਰਿਸ਼ਟਾ ਬਣ ਜਾਵੇ, ਲੋਭ ਤੋਂ ਰਹਿਤ ਹੋ ਜਾਵੇ, ਔਰ ਕਰੈ ਗਿਆਨ ਕੋ ਅੰਗ, ਗਿਆਨ ਨੂੰ ਆਪਣੇ ਅੰਗ ਭਾਵ ਹਿਰਦੇ ਵਿੱਚ ਵਸਾਵੇ। ਦੇਵਰ ਕੀ ਸੋ ਹੋਤ ਹੈ ਮੇਰੇ ਬਾਤ ਭੰਗ। ਸਤਿਗੁਰੂ ਜੀ ਕਹਿੰਦੇ ਉਹ ਜਿਹੜਾ ਐਸੇ ਚੰਗੇ ਜੀਵਨ ਵਾਲਾ ਬ੍ਰਾਹਮਣ ਹੈ ਉਹ ਤੇ ਕਹਿੰਦੇ ਦੇਵ ਦੇਵਤਿਆਂ ਦੇ ਸਮਾਨ ਹੈ। ਰਿਖੀ ਉਹ ਤਾਂ ਰਿਖੀਆਂ ਮੁਨੀਆਂ ਵਰਗਾ ਹੋ ਜਾਂਦਾ ਹੈ। ਮੇਰੇ ਬਾਕ ਅਭੰਗ, ਸਤਿਗੁਰੂ ਜੀ ਕਹਿੰਦੇ ਮੇਰੇ ਜਿਹੜੇ ਇਹ ਬਾਕ ਆ ਨਾ, ਇਹ ਇੱਕ ਰਸ ਇਹਨਾਂ ਨੂੰ ਜਾਣੋ, ਇਹਨਾਂ ਨੂੰ ਅਭੰਗ ਜਾਣੋ, ਟੋਟੇ ਤੋਂ ਰਹਿਤ, ਟੁੱਟਣ ਫੁੱਟਣ ਵਾਲੇ ਨਹੀਂ, ਇਹਨਾਂ ਨੂੰ ਸਤ ਕਰਕੇ ਜਾਣੋ। ਜੋ ਗ੍ਰਹਿ ਜੰਗਲ ਵਸਾ ਵੇਦ ਪੜ੍ਹੈ ਚਿਤ ਲਾਏ। ਕਹਿੰਦੇ ਜਿਹੜਾ ਬ੍ਰਾਹਮਣ ਹੈ ਤੇ ਉਹ ਗ੍ਰਸਤੀ ਹੈ, ਪਰ ਗ੍ਰਸਤੀ ਹੋ ਕੇ ਉਹ ਜੰਗਲਾਂ ਦੇ ਵਿੱਚ ਨਿਵਾਸ ਕਰਦਾ ਹੈ ਔਰ ਉੱਥੇ ਬੈਠ ਕੇ ਚਿੱਤ ਲਾ ਕੇ ਮਨ ਦੀ ਇਕਾਗਰਤਾ ਦੇ ਸਹਿਤ ਧਾਰਮਿਕ ਪੁਸਤਕਾਂ ਦਾ ਅਧਿਐਨ ਕਰਦਾ ਹੈ। ਮੂਸ ਸਿਲਾ ਕਰ ਜੀਵ ਹੈ ਸੋ ਦੇ ਜਮੁਨੀ ਕਹਾਏ। ਕਹਿੰਦੇ ਊਛ ਸਿਲਾ, ਖੇਤੀ ਦੇ ਵਿੱਚ ਜਿਹੜੀ ਰਹਿੰਦ ਖੂੰਹਦ ਵੱਜ ਜਾਂਦੀ ਹੈ ਨਾ ਫਸਲ ਕੱਟਣ ਤੋਂ ਬਾਅਦ, ਜਿਹੜੇ ਕੁਝ ਸਿੱਟੇ ਅੰਨ ਦੇ ਦਾਣੇ ਹੇਠਾਂ ਡਿੱਗੇ ਹੁੰਦੇ ਆ, ਉਹਨੂੰ ਸਿਲਾ ਚੁਗਣਾ ਕਹਿੰਦੇ ਆ। ਸੋ ਕਹਿੰਦੇ ਉਹ ਊਛ ਊਖ ਦੇ ਵਿੱਚੋਂ, ਖੇਤੀ ਦੇ ਵਿੱਚੋਂ ਸਿਲਾ ਚੁੱਕ ਕੇ ਆਪਣੀ ਉਪਜੀਵਿਕਾ ਚਲਾਵੇ, ਆਪਣਾ ਖਾਣ ਪਾਣ ਕਰੇ, ਆਪਣੇ ਜਿਉਣ ਦੇ ਵਾਸਤੇ ਜ਼ਿੰਦਗੀ ਉਸ ਆਸਰੇ ਬਸਰ ਕਰੇ। ਊਛ ਸਿਲਾ ਕਰ ਜੀਵ ਹੈ ਸੋ ਦੇ ਮੁਨੀ ਕਹਾਏ। ਕਹਿੰਦੇ ਐਸਾ ਜਿਹੜਾ ਦਵਿਜ ਹੈ, ਐਸਾ ਜਿਹੜਾ ਬ੍ਰਾਹਮਣ ਹੈ, ਉਹਨੂੰ ਮੁਨੀ ਕਿਹਾ ਜਾਂਦਾ, ਉਹਨੂੰ ਮੁਨੀ ਕਹਿਣਾ ਚਾਹੀਦਾ ਹੈ। ਅਗਰ ਬਾਸ ਗ੍ਰਹਿ ਧਰਮ ਜੁਤੋ ਨਿੰਦ ਈਰਖਾ ਸ਼ੋਰ। ਫਿਰ ਕਹਿੰਦੇ ਜਿਹਦਾ ਨਗਰ ਦੇ ਵਿੱਚ ਨਿਵਾਸ ਹੈ, ਆਪਣੇ ਘਰ ਦੇ ਵਿੱਚ ਰਹਿੰਦਾ ਹੈ ਤੇ ਧਰਮ ਕਰਮ ਦੇ ਉੱਤੇ ਪੂਰਾ ਗ੍ਰਸਤੀਆਂ ਵਾਲੇ ਫਰਜ਼ ਨਿਭਾਉਂਦਾ ਹੈ, ਤੇ ਇਸੇ ਪ੍ਰਕਾਰ ਹੀ ਗ੍ਰਸਤੀਆਂ ਵਾਲੇ ਫਰਜ਼ ਨਿਭਾਉਂਦਿਆਂ ਹੋਇਆਂ ਨਿੰਦਾ ਅਤੇ ਈਰਖਾ ਨੂੰ ਛੱਡ ਦਿੰਦਾ। ਆਕਾਰ ਨਹੀਂ, ਬਿਨਾਂ ਗੱਲ ਤੋਂ ਕਿਸੇ ਦੀ ਨਿੰਦਿਆ ਨਹੀਂ ਕਰਦਾ, ਬਿਨਾਂ ਗੱਲ ਤੋਂ ਕਿਸੇ ਨਾਲ ਵੈਰ ਭਾਵ ਨਹੀਂ ਰੱਖਦਾ, ਈਰਖਾ ਨਹੀਂ ਰੱਖਦਾ ਹੈ। ਐਸਾ ਜਿਹੜਾ ਗ੍ਰਸਤ ਦੇ ਧਰਮ ਨੂੰ ਨਿਭਾਉਣ ਵਾਲਾ ਹੈ। ਪੁੰਨ ਦਾਨ ਕਾ ਕਰੈ ਸਰੀਰ ਸੋ ਗਿਰਹੀ ਗੰਗਾ ਕਾ ਨੀਰ। ਸਤਿਗੁਰ ਨੇ ਆਖਿਆ ਜੇ ਤੂੰ ਗ੍ਰਸਤੀ ਹੈ ਤੇ ਪੁੰਨ ਦਾਨ ਕਰ, ਆਪਣੇ ਗ੍ਰਸਤੀ ਹੋਣ ਦੇ ਜਿਹੜੇ ਫਰਜ਼ ਹੈ ਉਹਨਾਂ ਨੂੰ ਨਿਭਾ। ਕਬੀਰ ਜਾਓ ਗ੍ਰਹਿ ਕਰਹਿ ਤਾਂ ਧਰਮ ਕਰ, ਨਾਹੀਂ ਤਾਂ ਕਰ ਬੈਰਾਗ, ਬੈਰਾਗੀ ਬੰਧਨ ਕਰੈ ਤਾ ਕੋ ਵੱਡੋ ਅਭਾਗ। ਜੇ ਤੂੰ ਗ੍ਰਸਤੀ ਹੈ ਤਾਂ ਗ੍ਰਸਤ ਧਰਮ ਦੇ ਫਰਜ਼ਾਂ ਨੂੰ ਪਾਲ। ਕਹਿੰਦੇ ਐਸਾ ਜਿਹੜਾ ਬ੍ਰਾਹਮਣ ਹੈ, ਗ੍ਰਸਤੀ ਹੈ, ਨਗਰ ਪਿੰਡ ਸ਼ਹਿਰ ਦੇ ਵਿੱਚ ਵਸਦਾ, ਆਪਣੇ ਘਰ ਪਰਿਵਾਰ ਦੇ ਵਿੱਚ, ਤੇ ਜਿਹੜਾ ਆਪਣੇ ਗ੍ਰਸਤ ਦੇ ਫਰਜ਼ਾਂ ਨੂੰ ਨਿਭਾਉਂਦਾ, ਨਿੰਦਾ ਈਰਖਾ ਤੋਂ ਰਹਿਤ ਹੁੰਦਾ ਹੈ। ਸੋ ਬ੍ਰਾਹਮਣ ਹੈ ਵਿਪਰਿਵਾਰ ਐਸੇ ਜਾਨੋ ਹੋਰ। ਸਤਿਗੁਰੂ ਜੀ ਕਹਿੰਦੇ ਉਹ ਬ੍ਰਾਹਮਣ ਜਿਹੜਾ ਉਹ ਸ੍ਰੇਸ਼ਟ ਵਿਪਰ ਹੈ ਤੇ ਐਸੇ ਜਾਨੋ ਮੋਰ। ਕਹਿੰਦੇ ਜਿਹੜਾ ਬ੍ਰਾਹਮਣ ਹੋ ਕੇ ਸਾਡਾ ਸਿੱਖ ਬਣ ਗਿਆ, ਗ੍ਰਸਤ ਧਰਮ ਦੇ ਫਰਜ਼ਾਂ ਨੂੰ ਨਿਭਾਉਂਦਾ ਹੈ, ਕਹਿੰਦੇ ਐਸੇ ਬ੍ਰਾਹਮਣ ਨੂੰ ਮੋਰ ਸਾਡਾ ਸਿੱਖ ਜਾਣੋ, ਉਹਨੂੰ ਸਾਡਾ ਹੀ ਸਿੱਖ ਸੇਵਕ ਜਾਣੋ। ਸ਼ਸਤਰੰ ਤੇ ਸ਼ਤਰੀ ਪਇਓ ਹੱਟੀ ਤੇ ਹੈ ਬੈਸ। ਹਾਂ ਕਹਿੰਦੇ ਜਿਹੜਾ ਸ਼ਸਤਰ ਧਾਰੀ ਹੋ ਜਾਂਦਾ, ਸ਼ਸਤਰ ਧਾਰਨ ਕਰਕੇ ਰੱਖਦਾ, ਪੰਜ ਕਕਾਰਾਂ ਦੀ ਰਹਿਤ ਰੱਖਦਾ, ਉਹ ਕਹਿੰਦੇ ਛਤਰੀ ਹੈ, ਖਾਲਸਾ ਹੈ, ਤੇ ਹੱਟੀ ਤੇ ਹੈ ਬੈਸ। ਕਹਿੰਦੇ ਜਿਹੜਾ ਬ੍ਰਾਹਮਣ ਹੈ, ਜੰਮਿਆ ਤਾਂ ਬ੍ਰਾਹਮਣ ਹੈ, ਕਿਉਂਕਿ ਬ੍ਰਾਹਮਣ ਦੀਆਂ ਵੱਖਰੀਆਂ ਵੱਖਰੀਆਂ ਕਿਸਮਾਂ। ਇੱਕ ਤਾਂ ਹੁੰਦਾ ਬ੍ਰਾਹਮਣ, ਇੱਕ ਹੁੰਦਾ ਵਿਪਰ, ਤੇ ਇੱਕ ਹੁੰਦਾ ਦਵਿਜ। ਇਹਨਾਂ ਤਿੰਨਾਂ ਦੇ ਵਿੱਚ ਫਰਕ ਕੀ ਹੈ? ਦਵਿਜ ਦੇ ਵਿੱਚ, ਬ੍ਰਾਹਮਣ ਦੇ ਵਿੱਚ ਤੇ ਵਿਪਰ ਦੇ ਵਿੱਚ। ਜਿਹੜਾ ਤਾਂ ਕਹਿੰਦੇ ਵੇਦਾਂ ਦਾ ਪਾਠੀ ਹੁੰਦਾ, ਵੇਦ ਪੜ੍ਹਦਾ ਹੈ, ਉਹਨੂੰ ਤਾਂ ਆਖਿਆ ਜਾਂਦਾ ਵਿਪਰ। ਤੇ ਜਿਹੜਾ ਜਦੋਂ ਬਚਪਨ ਦੇ ਵਿੱਚ ਇਹਨਾਂ ਦਾ ਯੱਗਯੋਪਵੀਤ ਹੁੰਦਾ ਹੈ, ਧਰਮ ਦੇ ਸੰਸਕਾਰ ਜਿਸ ਵੇਲੇ ਦਿੱਤੇ ਜਾਂਦੇ ਆ, ਉਸ ਵੇਲੇ ਕਹਿੰਦੇ ਦਵਿਜ ਹੋ ਜਾਂਦਾ, ਦਿਜ। ਜਨਮ ਤੋਂ ਸਾਰੇ ਹੀ ਬਰਾਬਰ ਹੈ, ਸ਼ੂਦਰ ਹੈ। ਜਨਮ ਜਾਇਤੀ ਸ਼ੂਦਰਾ ਸੰਸਕਾਰੇ ਦਿਜ ਉਚਤੇ, ਵੇਦਾ ਪਾਠੀ ਵੇਦਾ ਵਿਪਰਾ, ਬ੍ਰਹਮ ਜਨਯੰਤੀ ਇਤੀ ਬ੍ਰਾਹਮਣ ਹੈ। ਬ੍ਰਹਮ ਜਨੰਤੀ ਤੇ ਬ੍ਰਾਹਮਣ ਹੈ। ਕਹਿੰਦੇ ਜਨਮ ਤੋਂ ਸਾਰੇ ਹੀ ਸ਼ੂਦਰ ਹੈ, ਜਦੋਂ ਕਦੇ ਧਰਮ ਦੇ ਸੰਸਕਾਰ ਧਾਰਨ ਕਰ ਲੈਂਦਾ ਤੇ ਦਿਜ ਉਚਤੇ, ਉਸ ਵੇਲੇ ਕਹਿੰਦੇ ਉੱਚੀ ਕੁਲ ਵਾਲਾ ਦਵਿਜ ਬਣ ਜਾਂਦਾ ਹੈ। ਤੇ ਜਦੋਂ ਕਹਿੰਦੇ ਵੇਦਾਂ ਦਾ ਪਾਠੀ ਬਣ ਜਾਵੇ ਤਾਂ ਉਹਨੂੰ ਵੇਦ ਵਿਪਰ ਆਖਿਆ ਜਾਂਦਾ, ਵਿਪਰ ਆਖਿਆ ਜਾਂਦਾ। ਤੇ ਬ੍ਰਹਮ ਜਨਯੰਤੀ ਤੇ ਬ੍ਰਾਹਮਣ ਹੈ। ਜਦੋਂ ਕਹਿੰਦੇ ਜਿਹੜਾ ਬ੍ਰਹਮ ਨੂੰ ਜਾਣ ਲਵੇ, ਭਾਵ ਪਰਮੇਸ਼ਰ ਨੂੰ ਜਾਣ ਲਵੇ, ਪਰਮੇਸ਼ਰ ਦੇ ਨਾਲ ਇੱਕਮਿਕ ਹੋ ਜਾਵੇ, ਉਸ ਵੇਲੇ ਉਹ ਅਸਲ ਬ੍ਰਾਹਮਣ ਹੈ। ਬ੍ਰਹਮ ਜਨੰਤੀ ਤੇ ਬ੍ਰਾਹਮਣ ਹੈ, ਬ੍ਰਹਮ ਨੂੰ ਜਾਣਨ ਵਾਲਾ। ਗੁਰੂ ਕੀ ਬਾਣੀ ਦੇ ਵੀ ਬਚਨ ਹੈ,
ਸੋ ਬ੍ਰਾਹਮਣ ਜੋ ਬਿੰਦੈ ਬ੍ਰਹਮ ਸੀਲ ਸੰਤੋਖ ਕਰ ਰੱਖੈ ਧਰਮ। ਬ੍ਰਹਮ ਬਿੰਦੈ ਤੇ ਬ੍ਰਾਹਮਣਾ ਜੇ ਚੱਲੈ ਸਤਿਗੁਰ ਭਾਏ। ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹਨੇ ਬ੍ਰਹਮ ਨੂੰ ਬਿੰਦ ਲਿਆ ਉਹ ਅਸਲ ਬ੍ਰਾਹਮਣ ਹੈ। ਪਰਮੇਸ਼ਰ ਨੂੰ ਜਿਹਨੇ ਜਾਣ ਲਿਆ, ਪਰਮੇਸ਼ਰ ਦਾ ਗਿਆਨ ਜਿਹਨੂੰ ਪ੍ਰਾਪਤ ਹੋ ਗਿਆ, ਉਹ ਅਸਲ ਬ੍ਰਾਹਮਣ ਹੈ। ਇਸੇ ਤਰ੍ਹਾਂ ਕਹਿੰਦੇ ਜਿਹੜਾ ਬ੍ਰਾਹਮਣ ਹੋ ਕੇ ਜਿਹਨੇ ਸ਼ਸਤਰ ਧਾਰਨ ਕਰ ਲਏ ਉਹਨੂੰ ਛਤਰੀ ਖੱਤਰੀ ਆਖਿਆ ਜਾਂਦਾ ਹੈ। ਅਤੇ ਜੇਕਰ ਕਹਿੰਦੇ ਉਹ ਹੱਟੀ ਕਰਦਾ ਹੈ, ਕੋਈ ਦੁਕਾਨਦਾਰੀ ਕਰਦਾ ਹੈ, ਫਿਰ ਉਸੇ ਨੂੰ ਵੈਸ ਆਖਿਆ ਜਾਵੇਗਾ। ਹਾਂ, ਜੇ ਕਹਿੰਦੇ ਉਹ ਕਸਬਦਾਰ ਹੈ, ਕਾਰੀਗਰ ਹੈ, ਹੱਥੀਂ ਕੰਮ ਕਰਦਾ ਹੈ, ਜਾਂ ਕੋਈ ਸੇਵਾ ਭਾਵਨਾ ਵਾਲੀ ਦਿਹਾੜੀ ਮਜ਼ਦੂਰੀ ਕਰਦਾ ਹੈ, ਤੇ ਕਹਿੰਦੇ ਫਿਰ ਕਹਿੰਦੇ ਉਹੀ ਬ੍ਰਾਹਮਣ ਕਹਿੰਦੇ ਸ਼ੂਦਰ ਹੈ। ਦਿਜ ਕੇ ਜਾਣੋ ਬੇਸ, ਕਹਿੰਦੇ ਇਹ ਬ੍ਰਾਹਮਣ ਦੇ ਵੱਖਰੇ ਵੱਖਰੇ ਬੇਸ ਪਹਿਰਾਵੇ ਜਾਣੋ। ਹਾਂ, ਕਹਿੰਦੇ ਜਿਹੜਾ ਗਾਇਨ ਕਰਦਾ ਹੈ, ਗਾਉਣ ਲੱਗ ਪੈਂਦਾ ਹੈ, ਨਿਰਤ ਕਰਦਾ, ਨੱਚਦਾ ਹੈ, ਡਾਂਸ ਕਰਦਾ ਹੈ, ਤੇ ਵਿਪਰ ਨਟ, ਕਹਿੰਦੇ ਉਹ ਬ੍ਰਾਹਮਣ ਨੂੰ ਫਿਰ ਨਚਾਰ ਨਟ ਆਖਿਆ ਜਾਵੇਗਾ। ਤੇ ਇਸੇ ਤਰ੍ਹਾਂ ਚੁਗਲ ਸੋ ਦੂਤ ਮਲੇਸ਼, ਜਿਹੜਾ ਚੁਗਲੀ ਕਰਦਾ ਹੈ ਤੇ ਜਾਂ ਜਿਹੜਾ ਦੂਤ ਬਣਦਾ ਹੈ, ਜਾਸੂਸੀ ਕਰਦਾ, ਮੁਖਬਰੀ ਕਰਦਾ ਹੈ, ਐਸਾ ਬ੍ਰਾਹਮਣ ਤਾਂ ਕਹਿੰਦੇ ਮਲੇਸ਼ ਹੈ। ਜਿਹੜਾ ਬ੍ਰਾਹਮਣ ਕਹਿੰਦੇ ਖਟ ਕਰਮਾਂ ਤੋਂ ਰਹਿਤ ਹੈ। 6 ਕਰਮ ਨਹੀਂ ਜਿਸ ਬ੍ਰਾਹਮਣ ਦੇ ਕੋਲੇ। 6 ਕਰਮ ਕਿਹੜੇ ਕਿਹੜੇ ਆ? ਵਿਦਿਆ ਪੜ੍ਹਨਾ, ਵਿਦਿਆ ਪੜ੍ਹਾਉਣਾ, ਜਗ ਕਰਨਾ, ਯੱਗ ਕਰਵਾਉਣਾ, ਤੇ ਇਸੇ ਤਰ੍ਹਾਂ ਹੀ ਦਾਨ ਦੇਣਾ ਤੇ ਦਾਨ ਲੈਣਾ। ਇਹ 6 ਬ੍ਰਾਹਮਣ ਦੇ ਕਰਮ ਹੈ। ਕਹਿੰਦੇ ਜਿਹੜਾ ਬ੍ਰਾਹਮਣ ਇਹਨਾਂ ਖਟ ਕਰਮਾਂ ਦੇ ਵਿੱਚ 6 ਕਰਮਾਂ ਦੇ ਵਿੱਚ ਪੂਰਾ ਨਹੀਂ ਹੈ, ਹੀਣਾ ਹੈ, ਕਹਿੰਦੇ ਐਸਾ ਬ੍ਰਾਹਮਣ ਤਾਂ ਕਹਿੰਦੇ ਪਾਪੀ ਹੈ। ਦਿਜ ਅਗੀ ਸੋ ਵਰਤੈ ਸਵੇਸ਼, ਕਹਿੰਦੇ ਜਿਹੜਾ ਆਪਣੀ ਸਵੈ ਇੱਛਾ ਅਨੁਸਾਰ ਹੀ ਵਰਤਦਾ, ਆਪਣੇ ਤਰੀਕੇ ਨਾਲ ਜੀਵਨ ਜਿਉਂਦਾ, ਧਰਮ ਗ੍ਰੰਥਾਂ ਦੇ ਮੁਤਾਬਕ ਨਹੀਂ ਚੱਲਦਾ, ਸਵੈ ਇੱਛਾ ਦੇ ਨਾਲ ਵਰਤਣ ਵਾਲਾ ਬ੍ਰਾਹਮਣ ਤੇ ਕਹਿੰਦੇ ਵੱਡਾ ਪਾਪੀ ਹੈ। ਜਿਹੜਾ ਕਹਿੰਦੇ ਭੱਖ ਅਭੱਖ ਦੀ ਸਮਝ ਨਹੀਂ ਰੱਖਦਾ ਵੀ ਕੀ ਖਾਣ ਯੋਗ ਹੈ, ਕੀ ਨਹੀਂ ਖਾਣ ਯੋਗ। ਇਸੇ ਤਰ੍ਹਾਂ ਮਾਸ, ਸ਼ਰਾਬ ਤੇ ਪਰ ਇਸਤਰੀ ਦਾ ਸੰਗ ਕਰਦਾ ਹੈ। ਕਹਿੰਦੇ ਐਸਾ ਜੇ ਬ੍ਰਾਹਮਣ ਉਹਨੇ ਸਿੱਖੀ ਵਾਲਾ ਵੀ ਭੇਖ ਧਾਰਨ ਕਰ ਲਿਆ ਨਾ, ਆਪਣੇ ਆਪ ਨੂੰ ਬ੍ਰਹਮਵੇਤਾ ਕਹਾਉਂਦਾ, ਬ੍ਰਾਹਮਣ ਕਹਾਉਂਦਾ ਹੈ, ਕਹਿੰਦੇ ਉਹ ਤਾਂ ਚੰਡਾਲ ਹੈ। ਐਸੇ ਜਿਹੜੇ ਚੰਡਾਲ ਦਾ, ਮਾੜੇ ਕਰਮਾਂ ਵਾਲੇ ਦਾ ਜਿਹੜਾ ਉਪਰੋਕਤ ਕੁਰੀਤੀਆਂ ਕਰਦਾ, ਉਹਦਾ ਤਿਆਗ ਕਰ ਦੇਣਾ ਚਾਹੀਦਾ। ਮੇਰੋ ਸਿੱਖ ਨਾ ਨਿਹਾਰ, ਮੇਰੇ ਸਿੱਖ ਉਹਨੂੰ ਦੇਖਣ ਵੀ ਨਾ, ਉਹਦੇ ਨਾਲ ਨਿਗਾਹ ਵੀ ਨਾ ਮਿਲਾਉਣ। ਔਰ ਇਸੇ ਪ੍ਰਕਾਰ ਮੇਰੋ ਸਿੱਖ ਨਾ ਨਿਹਾਰ, ਇਹੋ ਜਿਹੇ ਜਿਹੜੇ ਕਹਿੰਦੇ ਕੁਰੀਤੀਆਂ ਕਰਨ ਵਾਲੇ ਨੂੰ ਮੇਰਾ ਸਿੱਖ ਨਾ ਜਾਣੋ। ਆਪ ਤਾਂ ਕਹਿੰਦੇ ਜਿਹੜਾ ਦਾਨ ਪੁੰਨ ਸਭ ਕੁਝ ਲਈ ਦੇਈ ਜਾਂਦਾ, ਲੈ ਲੈਂਦਾ ਹੈ ਆਪ, ਤੇ ਵੱਡਾ ਲੋਭੀ ਹੈ। ਤੇ ਜਦੋਂ ਕਹਿੰਦੇ ਕਿਸੇ ਨੂੰ ਦੂਜੇ ਨੂੰ ਲੈਂਦਾ ਵੇਖਦਾ ਤੇ ਉਹਦੇ ਵੱਲ ਘੂਰੀਆਂ ਵੱਟਦਾ, ਘੁਰਰਾਏ, ਜਾਂ ਉਹਨੂੰ ਘੁਰਰਾ ਕੇ ਪੈਂਦਾ, ਮਾੜੇ ਬਚਨ ਬੋਲਦਾ, ਭੱਜ ਭੱਜ ਕੇ ਪੈਂਦਾ ਹੈ। ਸਤਿਗੁਰੂ ਜੀ ਕਹਿੰਦੇ ਉਹਨੂੰ ਭਾਵਨਾ ਕਰਕੇ ਕੁਝ ਨਹੀਂ ਦੇਣਾ ਚਾਹੀਦਾ, ਤੇ ਇਹੋ ਜਿਹੇ ਬ੍ਰਾਹਮਣ ਨੂੰ ਤਾਂ ਬਿੱਲਾ ਬ੍ਰਾਹਮਣ ਜਾਣਨਾ ਚਾਹੀਦਾ ਹੈ। ਜਿਹੜਾ ਕਹਿੰਦੇ ਪ੍ਰੋਹਿਤ ਬਣ ਕੇ ਬ੍ਰਾਹਮਣ ਵਿਆਹ ਆਦਿਕ ਦਾ ਧਨ ਲੈਂਦਾ, ਦਖਣਾ ਲੈਂਦਾ ਹੈ, ਔਰ ਇਸੇ ਤਰ੍ਹਾਂ ਹੋਰ ਪੂਜਾ ਪਾਠ ਦੀ ਜੋ ਭੇਟਾ ਲੈਂਦਾ ਹੈ। ਕਹਿੰਦੇ ਉਹ ਬ੍ਰਾਹਮਣ ਤਾਂ ਕਸਬੀ ਕਸਾਈ ਹੈ, ਉਹ ਤਾਂ ਛੁਰੀ ਫੜ ਕੇ ਤੇ ਉਹ ਲੋਕਾਂ ਦੇ ਗਲ ਵੱਢਣ ਵਾਲਾ, ਲਾਲਚ ਕਰਕੇ ਜਿਹੜਾ ਮੰਗਦਾ। ਕਸਬੀ ਵਿਪਰ ਸੋ ਪਾਪ ਘਰ ਤਹਿ ਦਾਤਾ ਅਗ ਭੋਗ, ਕਹਿੰਦੇ ਉਹਦੇ ਘਰ ਦੇ ਵਿੱਚ ਤਾਂ ਹਮੇਸ਼ਾ ਹੀ ਪਾਪ ਹੁੰਦਾ, ਤੇ ਉਹਨੂੰ ਘਰ ਵਿੱਚ ਬੁਲਾ ਕੇ ਕਹਿੰਦੇ ਜਿਹੜਾ ਦਾਨ ਦੇਣ ਵਾਲਾ ਵੀ ਹੈ ਨਾ, ਉਹ ਵੀ ਅਗ ਭੋਗ, ਉਹ ਵੀ ਪਾਪਾਂ ਦਾ ਭੁਗਤਾ ਬਣੇਗਾ, ਉਹਨੂੰ ਵੀ ਜਿਹੜੇ ਪਾਪ ਕਰਮਾਂ ਦੀ ਸਜ਼ਾ ਮਿਲੇਗੀ। ਇਸ ਪ੍ਰਕਾਰ ਕਹਿੰਦੇ ਅਸਲ ਬ੍ਰਾਹਮਣ ਉਹ ਹੈ ਜਿਹੜਾ ਕਹਿੰਦੇ ਗੁਰੂ ਕੀ ਬਾਣੀ ਨੂੰ ਪੜ੍ਹਦਾ ਹੈ, ਵਿਦਿਆ ਨੂੰ ਪੜ੍ਹਦਾ ਹੈ, ਔਰ ਪ੍ਰਭ ਕੋ ਭਜੈ, ਪਾਰ ਬ੍ਰਹਮ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰਦਾ, ਭਜਨ ਕਰਦਾ,
ਔਰ ਅਕਾਰਨ ਹੀ ਕਿਸੇ ਦੀ ਨਿੰਦਿਆ ਨਹੀਂ ਕਰਦਾ, ਬਿਨਾਂ ਗੱਲ ਤੋਂ ਕਿਸੇ ਦੀ ਬਹੁਤੀ ਉਸਤਤੀ ਨਹੀਂ ਕਰਦਾ। ਇਹਨਾਂ ਸਭਨਾਂ ਦਾ ਜੋ ਤਿਆਗ ਕਰ ਦੇਵੇ, ਕਰੈ ਸੁਭਾਵਕ ਕਰਮ ਕੋ ਸੋ ਪਾਤਰ ਸ਼ੁਭ ਲਾਭ। ਫਿਰ ਜਿਹੜਾ ਕਹਿੰਦੇ ਸੁਭਾਵਿਕ ਕਰਮ ਕਰਦਾ ਹੈ, ਜੋ ਉਹਦੇ ਫਰਜ਼ ਬਣਦੇ ਹੈ, ਉਹਨਾਂ ਕਰਮਾਂ ਧਰਮਾਂ ਦੇ ਉੱਤੇ ਪੂਰਾ ਉਤਰਦਾ ਹੈ। ਕਹਿੰਦੇ ਉਹ ਪਾਤਰ ਹੈ, ਉਹ ਯੋਗ ਹੈ ਇਸ ਪ੍ਰਕਾਰ ਦਾ ਦਾਨ ਲੈਣ ਦਾ। ਸ਼ੁਭ ਭਾਗ ਜਿਹੜਾ ਸ਼ੁਭ ਬਾਣੀ ਬੋਲਦਾ ਜਾਂ ਗੁਰੂ ਕੀ ਸ਼ੁਭ ਬਾਣੀ ਦਾ ਪਾਠ ਕਰਦਾ ਹੈ। ਜੋ ਭਈ ਵਿਪਰ ਹੋਈ ਕੈ ਏਕੋ ਵਿਆਹ। ਕਹਿੰਦੇ ਬ੍ਰਾਹਮਣ ਵਾਸਤੇ ਵਿਪਰ ਵਾਸਤੇ ਇਹ ਨਿਯਮ ਹੈ ਕਿ ਉਹ ਬ੍ਰਾਹਮਣ ਹੋ ਕੇ ਇੱਕੋ ਹੀ ਵਿਆਹ ਕਰਾਵੇ, ਬਹੁਤੇ ਵਿਆਹ ਨਾ ਕਰਾਵੇ ਮੁਸਲਮਾਨਾਂ ਵਾਂਗੂ। ਵਿਪਰ ਬਨ ਕੇ ਵਿਆਹਨ ਵਿਆਹ। ਹਾਂ, ਤੇ ਕਹਿੰਦੇ ਜਿਹੜਾ ਵਿਪਰ ਹੈ ਨਾ ਬ੍ਰਾਹਮਣ ਵਰਨ ਦਾ ਹੈ, ਕਹਿੰਦੇ ਵਿਆਹਣ ਕੇ ਵਿਆਹ, ਵਿਆਹ ਦੇ ਉੱਤੇ ਵਿਆਹ ਨਾ ਕਰਾਈ ਜਾਵੇ, ਭਾਵ ਬਹੁਤੇ ਵਿਆਹ ਨਾ ਕਰਾਵੇ। ਵਿਆਹ ਕਰਾਈ ਲੈ ਨਾ ਦਾਨ। ਫਿਰ ਕਹਿੰਦੇ ਵਿਆਹ ਕਰਾਈ ਦਾ ਕਿਸੇ ਤੋਂ ਦਾਨ ਪੁੰਨ ਨਾ ਲਵੇ। ਮਾਨ ਦੇਵ ਕੀ ਕਰੈ ਨਾ ਤਾਨ। ਹੋਰ ਕਿਸੇ ਦੇਵਤਿਆਂ ਦੀ ਕਾਨ ਕਨੌੜ ਨਾ ਕਰੇ, ਹੋਰ ਕਿਸੇ ਦੇਵਤਿਆਂ ਦੀ ਸ਼ਰਨ ਨਾ ਜਾਵੇ। ਮੈਂ ਨਾ ਗਨੇਸੈ ਪ੍ਰਥਮ ਮਨਾਉ, ਕਿਸਨ ਬਿਸਨ ਕਬੂ ਨ ਧਿਆਉ, ਕਾਨ ਸੁਨੇ ਪਹਿਚਾਨ ਨਾ 300, ਲਿਵ ਲਾਗੀ ਮੋਰੀ ਪਗ ਇਨਸੋ। ਕਹਿੰਦੇ ਮੇਰਾ ਸਿੱਖ ਬਣਿਆ ਹੋਵੇ ਜਿਹੜਾ ਬ੍ਰਾਹਮਣ, ਉਹ ਹੋਰ ਦੇਵਤਿਆਂ ਦੀ ਪੂਜਾ ਛੱਡ ਦੇਵੇ, ਕਿਸੇ ਦੀ ਕਾਨ ਕਨੌੜ ਨਾ ਰੱਖੇ। ਵਿਦ ਕਰ ਤਾਗਾ ਵਿਦ ਕਰ ਵੇਦ। ਹਾਂ, ਕਹਿੰਦੇ ਵਿਧੀ ਕਰਕੇ ਹੀ ਗੁਰੂ ਦੀ ਰਹਿਤ ਮਰਿਆਦਾ ਦਾ ਹੀ ਉਹਦੇ ਗਲ ਵਿੱਚ ਤਾਗਾ ਪਾਇਆ ਹੋਵੇ, ਜਨੇਊ ਪਾਇਆ ਹੋਵੇ, ਭਾਵ ਰਹਿਤ ਮਰਿਆਦਾ ਵਿੱਚ ਪ੍ਰਪੱਕ ਰਹੇ। ਤੇ ਵਿਦ ਕਰ ਵੇਦ, ਗੁਰੂ ਦੀ ਰਹਿਤ ਮਰਿਆਦਾ ਨੂੰ, ਗੁਰੂ ਕੀ ਬਾਣੀ ਪੜ੍ਹਨ ਨੂੰ ਹੀ ਵੇਦਾਂ ਦਾ ਪੜ੍ਹਨਾ ਜਾਣੇ। ਵਿਦ ਕਰ ਦਾਨ ਨ ਧਾਰੈ ਭੇਦਾ। ਇਸੇ ਤਰ੍ਹਾਂ ਕਹਿੰਦੇ ਵਿਧੀ ਪੂਰਵਕ ਗੁਰੂ ਦੀ ਰਹਿਤ ਮਰਿਆਦਾ ਦੇ ਮੁਤਾਬਕ ਹੀ ਉਹ ਦਾਨ ਪੁੰਨ ਕਰੇ, ਤੇ ਨਾ ਧਾਰੈ ਭੇਦ, ਕਿਸੇ ਦੇ ਨਾਲ ਕੋਈ ਭੇਦ ਭਾਵ ਕੋਈ ਵਿਤਕਰਾ ਨਾ ਕਰੇ। ਭੋਜਨ ਦਾਨ ਕੁਦਾਨ ਸੋ ਤਿਆਗੈ। ਭੋਜਨ ਛਕ ਕੇ ਦਾਨ ਲੈਣਾ ਤੇ ਇਸੇ ਪ੍ਰਕਾਰ ਖੋਟਾ ਦਾਨ ਲੈਣਾ, ਇਹਨਾਂ ਦਾ ਤਿਆਗ ਕਰ ਦੇਵੇ। ਸੋ ਨਿਜਬਲ ਪੂਜਤ ਵਡ ਭਾਗੈ। ਇਹੋ ਜਿਹਾ ਬ੍ਰਾਹਮਣ ਕਹਿੰਦੇ ਚੰਗੇ ਜੀਵਨ ਵਾਲਾ, ਉਹ ਤੇ ਵੱਡਿਆਂ ਭਾਗਾਂ ਵਾਲਾ, ਪੂਜਣ ਯੋਗ ਹੈ। ਲੈਣ ਨਾ ਲੇਵੈ ਤੁਲਾ ਨਾ ਮੋਰਦਾ। ਕਹਿੰਦੇ ਜਿਹੜਾ ਗ੍ਰਹਿਣ ਦਾ ਦਾਨ ਨਹੀਂ ਲੈਂਦਾ, ਗ੍ਰਹਿਣ ਲੱਗੇ ਸਮੇਂ ਲੋਕਾਂ ਨੂੰ ਡਰਾ ਕੇ ਵੀ ਮੈਂ ਤੁਹਾਡੇ ਗ੍ਰਹਿ ਨਛੱਤਰ ਦੂਰ ਕਰ ਦੂੰਗਾ, ਇਸ ਪ੍ਰਕਾਰ ਦਾ ਦਾਨ ਨਾ ਲਵੇ। ਤੇ ਤੁਲਾ ਦਾਨ ਹੁੰਦਾ, ਜਿਵੇਂ ਕਿਸੇ ਨੇ ਦਾਨ ਕਰਨਾ ਹੋਵੇ ਨਾ, ਆਪਣੇ ਬਰਾਬਰ ਕੋਈ ਰੁਪਈਏ ਤੋਲ ਕੇ ਦੇਵੇ, ਸੋਨਾ ਤੋਲ ਕੇ ਦੇਵੇ, ਚਾਂਦੀ ਜਾਂ ਵਸਤਰ, ਕੋਈ ਵੀ ਵਸਤੂ ਜਿਹੜੀ ਦਾਨ ਕਰਨੀ ਹੈ ਆਪਣੇ ਵਜਨ ਦੇ ਬਰਾਬਰ ਤੋਲ ਕੇ ਦੇਵੇ, ਉਹਨੂੰ ਤੁਲਾ ਦਾਨ ਕਹਿੰਦੇ। ਉਹ ਤੁਲਾ ਦਾਨ ਲੈਣ ਵਾਲਾ ਨਾ ਹੋਵੇ। ਤੇ ਨਾ ਮੂਰਤ, ਨਾ ਹੀ ਕੋਈ ਕਹਿੰਦੇ ਉਹ ਜਿਹੜੀਆਂ ਦੇਵੀ ਦੇਵਤਿਆਂ ਦੀਆਂ ਮੂਰਤਾਂ ਦਿਖਾ ਕੇ ਤੇ ਉਹਨਾਂ ਦੇ ਉੱਤੇ ਉਹ ਦਾਨ ਪੁੰਨ ਰਖਾਵੇ, ਕੋਈ ਸਮੱਗਰੀ ਰਖਾਵੇ, ਉਹ ਮੂਰਤੀ ਦਾਨ ਨਾ ਲਵੇ। ਇਸੇ ਤਰ੍ਹਾਂ ਛਾਇਆ ਪਾਤਰ ਦਾਨ, ਜਿਹੜਾ ਛਾਇਆ ਦੇਖ ਕੇ, ਪਰਛਾਵਾਂ ਦੇਖ ਕੇ ਆਪਣਾ ਇੱਕ ਬਰਤਨ ਵਿੱਚ ਤੇਲ ਜਾਂ ਜਲ ਜੋ ਵੀ ਪਾ ਕੇ ਉਹਦੇ ਵਿੱਚ ਦਾਨ ਕਰਨ ਵਾਲੀ ਵਸਤੂ ਵਿੱਚ ਹੀ ਸੁੱਟ ਕੇ, ਤੇ ਕਹਿੰਦੇ ਉਸ ਪ੍ਰਕਾਰ ਦਾ ਦਾਨ, ਛਾਇਆ ਪਾਤਰ ਦਾ ਦਾਨ ਵੀ ਨਾ ਲਵੇ। ਮ੍ਰਿਤਕ ਜਨਮ ਕੇ ਦੁਰਤ, ਇਸੇ ਤਰ੍ਹਾਂ ਜਨਮ ਦੇ ਸਮੇਂ ਕਿਸੇ ਤੋਂ ਦਾਨ ਲੈਣਾ, ਕਿਸੇ ਦੀ ਮ੍ਰਿਤੂ ਹੋ ਗਈ, ਮੌਤ ਹੋ ਗਈ, ਉਸ ਵੇਲੇ ਦਾਨ ਪੁੰਨ ਲੈਣਾ ਵੀ ਮੈਂ ਤੇਰੀ ਗਤੀ ਕਰਾ ਦੂੰਗਾ, ਮੈਂ ਤੁਹਾਡੇ ਪਰਿਵਾਰ ਦੇ ਮੈਂਬਰ ਦੀ। ਇਸ ਪ੍ਰਕਾਰ ਦੇ ਦਾਨ ਤੋਂ ਕਹਿੰਦੇ ਹਮੇਸ਼ਾ ਦੂਰ ਰਹੇ। ਬਿਨ ਮੰਗੇ ਪੜ ਵੇਦ ਪੁਰਾਣ। ਹਾਂ, ਵੇਦਾਂ ਪੁਰਾਣਾਂ ਦਾ ਪਾਠ ਕਰੇ, ਉਹਨੂੰ ਜੋ ਉਪਜੀਵਕਾ ਸ਼ਰਧਾ ਭਾਵਨਾ ਦੇ ਨਾਲ ਕਹਿੰਦੇ ਜੋ ਪਾਠ ਕਰਾਉਣ ਵਾਲੇ ਦੇ ਦੇਣ, ਗੁਰਬਾਣੀ ਦਾ ਪਾਠ ਕਰਨ ਵਾਲੇ ਨੂੰ ਵੀ ਜੋ ਸ਼ਰਧਾ ਭਾਵਨਾ ਨਾਲ ਕੋਈ ਦੇ ਦੇਣ, ਉਹਦੇ ਵਿੱਚ ਹੀ ਤ੍ਰਿਪਤ ਹੋਏ। ਬਿਨ ਮੰਗੇ, ਬਿਨਾਂ ਮੰਗੇ ਪੜੇ, ਆਪ ਮੰਗ ਕੇ ਨਾ ਲਵੇ। ਦੇਵ ਦਤ ਭੋਗੈ ਸੁਰ ਗਿਆਨ। ਐਸਾ ਕਹਿੰਦੇ ਜਿਹੜਾ ਬ੍ਰਾਹਮਣ ਹੈ, ਜੋ ਵਾਹਿਗੁਰੂ ਪਰਮੇਸ਼ਰ ਨੇ, ਦੇਵ ਨੇ, ਉਹਨੂੰ ਅਕਾਲ ਪੁਰਖ ਵਾਹਿਗੁਰੂ ਨੇ ਜੋ ਦਿੱਤਾ ਉਸੇ ਨੂੰ ਭੋਗੇ, ਉਸੇ ਵਿੱਚ ਹੀ ਰਾਜੀ ਰਵੇ, ਉਹਦੀ ਰਜਾ ਦੇ ਵਿੱਚ। ਸੁਰ ਗਿਆਨ ਕਹਿੰਦੇ ਐਸਾ ਬ੍ਰਾਹਮਣ ਤਾਂ ਸੁਰ ਦੇਵਤਿਆਂ ਦੇ ਸਮਾਨ ਹੈ, ਗਿਆਨੀ ਹੈ। ਲੇਵੈ ਦੇਵੈ ਮੋਹ ਨਾ ਕਰੈ। ਲੈਣ ਦੇਣ ਦੇ ਵਿੱਚ ਬਹੁਤਾ ਮੋਹ ਨਾ ਕਰੇ। ਸੋ ਦਿਜ ਸਕਲ ਜਗਤ ਤੇ ਪਰੈ। ਇਹੋ ਜਿਹਾ ਬ੍ਰਾਹਮਣ ਜਿਹੜਾ ਸਾਰੇ ਸੰਸਾਰ ਸਾਗਰ ਤੋਂ ਤਰ ਜਾਂਦਾ, ਪਰੇ ਹੋ ਜਾਂਦਾ ਹੈ। ਜਿਨਕੇ ਪਾਏ ਪਰੈ ਹੋਏ ਤੇਜਾ। ਐਸਾ ਜਿਹੜਾ ਮਹਾਂਪੁਰਸ਼ ਬਣ ਜਾਂਦਾ ਹੈ, ਕਹਿੰਦੇ ਉਹਦੇ ਤਾਂ ਪੈਰਾਂ ਦੇ ਵਿੱਚ ਪੈਣਾ, ਕਹਿੰਦੇ ਫਿਰ ਉਹ ਪੈਰੇ ਹੀ ਪੈਂਦੇ ਹਨ ਲੋਕ ਉਹਦਾ ਤੇਜ ਪ੍ਰਤਾਪ ਦੇਖ ਕੇ। ਦੇਵ ਗਿਆਨੀ ਕਰਮਤ ਰੇਜਾ। ਤੇ ਜਿਹੜਾ ਦੇਵ ਗਿਆਨੀ ਦੇਵਤਿਆਂ ਦੇ ਸਮਾਨ ਬਣ ਗਿਆ, ਜਾਂ ਦੇਵ ਗਿਆਨੀ ਪਰਮਾਤਮਾ ਦਾ ਗਿਆਨੀ ਬਣ ਗਿਆ,
ਕਰਮ ਧਰੇਜ, ਤੇ ਜਿਹੜੇ ਕਰਮ ਧਰਮ ਜੋ ਧਾਰਨ ਕਰਨ ਵਾਸਤੇ ਰਹਿਤ ਮਰੈਦਾ ਦੱਸੀ ਆ ਉਹਨੂੰ ਧਾਰਨ ਕਰੇ। ਮੈਂ ਜੋ ਪੰਥ ਕਰਿਓ ਤਿਸ ਕਾਰਨ, ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਮੈਂ ਜਿਹੜਾ ਇਹ ਖਾਲਸਾ ਪੰਥ ਰਚਿਆ ਤੇ ਇਹਨੂੰ ਖਾਲਸਾ ਪੰਥ ਨੂੰ ਪ੍ਰਗਟ ਕਰਨ ਦਾ ਜਿਹੜਾ ਕਾਰਨ ਹੈ। ਧਰਮ ਚਲਾਵਨ ਸੰਤ ਉਵਾਰਨ, ਦੁਸ਼ਟ ਸਭਨ ਕੋ ਮੂਲ ਉਪਾਰਨ, ਯਾਹੀ ਕਾਜ ਧਰਾ ਹਮ ਜਨਮੰ, ਸਮਝ ਲਿਓ ਸਾਧੂ ਸਭ ਮਨਮੰ। ਸਤਿਗੁਰੂ ਜੀ ਕਹਿੰਦੇ ਅਸੀਂ ਇਸ ਕਾਰਜ ਵਾਸਤੇ ਦੁਨੀਆ ਤੇ ਆਏ ਹਾਂ, ਖਾਲਸਾ ਪੰਥ ਪੈਦਾ ਕੀਤਾ ਹੈ ਕਿ ਇਹ ਸ਼ਸਤਰ ਧਾਰੀ ਹੋਵੇ, ਗੁਰੂ ਕੀ ਬਾਣੀ ਦਾ ਜਾਪ ਕਰੇ, ਗਊ ਗਰੀਬ ਦੀ ਰੱਖਿਆ ਕਰੇ। ਸੋ ਕਹਿੰਦੇ ਇਸ ਪ੍ਰਕਾਰ ਦੀਨਾਂ ਗਰੀਬਾਂ ਲੋੜਵੰਦਾਂ ਦੀ ਸਹਾਇਤਾ ਵਾਲਾ ਤੇ ਦੁਸ਼ਟਾਂ ਨੂੰ ਦੰਡ ਦੇਣ ਵਾਲਾ ਜਿਹੜਾ ਅਸੀਂ ਖਾਲਸਾ ਪੰਥ ਇਸ ਕਾਰਨ ਕਰਕੇ ਪੈਦਾ ਕੀਤਾ ਹੈ। ਮੈਂ ਤੋ ਮੇਰੋ ਜਨਮ ਕਾਰਨ, ਕਹਿੰਦੇ ਜੇਕਰ ਕਹਿੰਦੇ ਕੋਈ ਐਸਾ ਮੇਰਾ ਸਿੱਖ ਨਹੀਂ ਬਣਦਾ, ਮੇਰੇ ਐਸੇ ਬਚਨਾਂ ਨੂੰ ਨਹੀਂ ਮੰਨੇਗਾ, ਕਹਿੰਦੇ ਉਹ ਫਿਰ ਮੇਰਾ ਨਹੀਂ ਹੋਏਗਾ, ਮੇਰਾ ਸਿੱਖ ਨਹੀਂ ਹੋਏਗਾ। ਤੇ ਜਨਮ ਅਕਾਰਨ, ਉਹਦਾ ਜਨਮ ਵੀ ਕਹਿੰਦੇ ਅਕਾਰਨ ਹੀ ਹੋਏਗਾ, ਵਿਅਰਥ ਹੀ ਨਿਸਫਲ ਹੀ ਚਲਿਆ ਜਾਵੇਗਾ। ਮੇਰਾ ਸਿੱਖ ਬੈਰਾਗੀ ਰਹੈ, ਮੇਰਾ ਸਿੱਖ ਜਿਹੜਾ ਬਣ ਗਿਆ ਉਹ ਹਮੇਸ਼ਾ ਹੀ ਬੈਰਾਗਵਾਨ ਹੋ ਕੇ ਰਹੇ। ਆਜ ਕਾਲ ਕਰ ਕਾਲ ਸੰਗ ਹੈ, ਕਹਿੰਦੇ ਇਹ ਮਨ ਦੇ ਵਿੱਚ ਹਮੇਸ਼ਾ ਜਾਣੇ ਕਿ ਕਾਲ ਤਾਂ ਹਮੇਸ਼ਾ ਹੀ ਸੰਗ ਹੈ। ਸੰਸਾਰ ਦੇ ਵਿੱਚ ਰਹਿੰਦਾ ਹੋਇਆ ਵੀ ਇਹ ਗੱਲ ਨੂੰ ਜਾਣੇ ਕਿ ਮੌਤ ਹਮੇਸ਼ਾ ਸਿਰ ਦੇ ਉੱਤੇ ਮੰਡਰਾ ਰਹੀ ਹੈ। ਤੇ ਕਿਸੇ ਵੀ ਸ਼ੁਭ ਕਾਰਜ ਨੂੰ ਕਰਨ ਦੇ ਲਈ ਸ਼ੁਭ ਕਰਮਨ ਤੇ ਕਬਹੂ ਨਾ ਟਰੋ, ਅੱਜ ਕੱਲ੍ਹ ਨਾ ਕਰੇ, ਕਿਉਂਕਿ ਅੱਜ ਕੱਲ੍ਹ ਕਰਦਿਆਂ ਕਾਲ ਵਿਆਪਾ ਹੈ। ਅੱਜ ਕੱਲ੍ਹ ਕਰਦਿਆਂ ਨੂੰ ਇਹ ਨਹੀਂ ਪਤਾ ਕਾਲ ਨੇ ਕਿਹੜੇ ਵੇਲੇ ਆ ਕੇ ਝਪਟਾ ਮਾਰ ਲੈਣਾ ਹੈ, ਮੌਤ ਆ ਜਾਣੀ ਹੈ। ਕਈ ਵਾਰੀ ਅਸੀਂ ਅੱਜ ਕੱਲ੍ਹ ਕਰਦੇ ਹੀ ਸਮਾਂ ਬਤੀਤ ਕਰ ਦਿੰਦੇ ਹਾਂ ਜੀ, ਅੱਜ ਨਹੀਂ ਕੱਲ੍ਹ ਤੋਂ ਜਪਜੀ ਸਾਹਿਬ ਦਾ ਪਾਠ ਸ਼ੁਰੂ ਕਰਾਂਗੇ, ਅੱਜ ਨਹੀਂ ਕੱਲ੍ਹ ਤੋਂ ਕਥਾ ਸੁਣਨ ਜਾਇਆ ਕਰਾਂਗੇ, ਅੱਜ ਨਹੀਂ ਕੱਲ੍ਹ ਤੋਂ ਰਹਿ ਰਸ ਪੜਾਂਗੇ, ਅੱਜ ਨਹੀਂ ਜੀ ਸਮਾਂ ਆਉਣ ਦਿਓ ਮੁੰਡੇ ਕੁੜੀਆਂ ਦਾ ਵਿਆਹ ਕਰ ਲਈਏ ਫਿਰ ਅੰਮ੍ਰਿਤ ਛਕ ਲਵਾਂਗੇ, ਅੱਜ ਨਹੀਂ ਜੀ ਕੱਲ੍ਹ, ਅੱਜ ਨਹੀਂ ਜੀ ਕੱਲ੍ਹ। ਇਸ ਤਰ੍ਹਾਂ ਅੱਜ ਕੱਲ੍ਹ ਕਰਦਿਆਂ ਸਮਾਂ ਬਤੀਤ ਹੋ ਜਾਂਦਾ। ਪਰ ਸਤਿਗੁਰੂ ਜੀ ਕਹਿੰਦੇ ਮੇਰਾ ਸਿੱਖ ਤਾਂ ਹਮੇਸ਼ਾ ਹੀ ਕਹਿੰਦੇ ਕਾਲ ਕਰੰਤਾ ਅਭੈ ਕਰ, ਅਬ ਕਰਤਾ ਸੋਏ ਤਾਲ, ਪਾਛੈ ਕਛੂ ਨਾ ਹੋਏਗਾ, ਜੋ ਸਿਰ ਪਰ ਆਵੈ ਕਾਲ। ਜਦੋਂ ਕਾਲ ਨੇ ਆ ਕੇ ਸਿਰ ਦੇ ਉੱਤੇ ਖੜ ਗਿਆ, ਮੌਤ ਆ ਗਈ, ਤੇ ਫਿਰ ਕੀ ਹੋ ਸਕਦਾ ਹੈ। ਹਮ ਆਦਮੀ ਹਾਂ ਇੱਕਦਮੀ, ਮੋਹਲਤ ਮੋਹਤ ਨਾ ਜਾਣਾ, ਨਾਨਕ ਬਿਨਵੈ ਤਿਸੈ ਸਰੇਵਹੁ, ਜਾ ਕੇ ਜੀ ਪ੍ਰਾਣਾ। ਅਸੀਂ ਆਦਮੀ ਇਸ ਕਰਕੇ ਆ, ਜੇ ਦਮ ਆ ਰਿਹਾ ਤਾਂ ਆਦਮੀ, ਤੇ ਜੇ ਦਮ ਆਉਣਾ ਬੰਦ ਹੋ ਗਿਆ ਤੇ ਕਹਾਣੀ ਖਤਮ ਹੈ। ਕਾਲ ਨੇ ਝਪਟਾ ਮਾਰ ਲੈਣਾ, ਖਤਮ ਹੋ ਜਾਣਾ ਸਭ ਕੁਝ। ਫਿਰ ਜਿਹੜਾ ਅੱਜ ਦਾ ਕੰਮ ਕੱਲ੍ਹ ਤੇ ਛੱਡਿਆ ਉਹ ਕਿਵੇਂ ਕਰ ਲਵਾਂਗੇ। ਇਸ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਬਾਣੀ ਵਿੱਚ ਆਖਿਆ, ਨਹਿ ਬਿਲੰਬ ਧਰਮੰ ਬਿਲੰਬ ਪਾਪੰ, ਬਿਲੰਬ ਨਾਮ ਹੈ ਦੇਰੀ ਦਾ। ਕਹਿੰਦੇ ਧਰਮ ਦਾ ਕਰਮ ਕਰਦਿਆਂ ਕਦੇ ਦੇਰੀ ਨਾ ਕਰ, ਬਿਲੰਬ ਪਾਪੰ, ਪਾਪ ਕਰਮ ਕਰਦਿਆਂ ਦੇਰੀ ਕਰਦੇ। ਭਾਵ ਕਿ ਜਦੋਂ ਤੂੰ ਪਾਪ ਕਰਮ ਕਰਦਿਆਂ ਅੱਜ ਕੱਲ੍ਹ ਕਰੇਂਗਾ ਵੀ ਅੱਜ ਪਾਪ ਕਰ, ਅੱਜ ਪਾਪ ਜਿਹੜਾ ਕਰਨਾ ਨਹੀਂ ਕੱਲ੍ਹ ਕਰਾਂਗੇ, ਤੇ ਕੱਲ੍ਹ ਤਾਂ ਕਦੇ ਆਉਂਦੀ ਨਹੀਂ, ਪਾਪ ਕਰਮ ਤੇਰੇ ਕੋਲ ਹੋਵੇਗਾ ਹੀ ਨਹੀਂ। ਤੇ ਜਿਹੜਾ ਧਰਮ ਦਾ ਕਰਮ ਹੈ, ਜੇ ਉਹਨੂੰ ਤੂੰ ਕੱਲ੍ਹ ਤੇ ਛੱਡੇਂਗਾ ਤੇ ਉਹ ਵੀ ਨਹੀਂ ਹੋਵੇਗਾ। ਇਸ ਕਰਕੇ ਧਰਮ ਦੇ ਕਰਮ ਨੂੰ ਅੱਜ ਕਰ, ਪਾਪ ਕਰਮ ਕਰਨ ਲੱਗਿਆ ਦੇਰੀ ਕਰ, ਹਮੇਸ਼ਾ ਉਹਦੇ ਵਿੱਚ ਦੇਰੀ ਕਰ। ਸੋਚ ਵੀ ਮੈਂ ਮਾੜਾ ਕਰਮ ਕਰਨ ਲੱਗਿਆ, ਇਹਦਾ ਨਤੀਜਾ ਕੀ ਹੋਵੇਗਾ। ਤੇ ਜੇ ਚੰਗਾ ਕਰਮ ਕਰਨ ਲੱਗਿਆ, ਤੇਰੇ ਮਨ ਵਿੱਚ ਗੁਰੂ ਕੇ ਸਿੱਖਾ ਆਉਂਦਾ ਹੈ ਵੀ ਅੰਮ੍ਰਿਤ ਜੀ ਛਕ ਲਾਂਗੇ ਠਹਿਰ ਕੇ, ਹਲੇ ਕੀ ਹੈ, ਬਾਣੀ ਪੜ੍ਹ ਲਾਂਗੇ ਠਹਿਰ ਕੇ, ਹਾਲੇ ਕੀ ਹੈ, ਗੁਰੂ ਘਰ ਚਲੇ ਜਾਇਆ ਕਰਾਂਗੇ ਠਹਿਰ ਕੇ, ਹਾਲੇ ਕੀ ਹੈ। ਤੇ ਉਹ ਕਹਿੰਦੇ ਫਿਰ ਕੱਲ੍ਹ ਤੇਰਾ ਆਉਣਾ ਹੀ ਨਹੀਂ ਨਾ, ਵੀ ਜਿਹੜਾ ਕੱਲ੍ਹ ਤੇ ਛੱਡਦਾ ਹੈ, ਆਉਣ ਵਾਲੇ ਸਮੇਂ ਵਾਸਤੇ ਸੋਚ ਕੇ। ਇਸ ਕਰਕੇ ਕਹਿੰਦੇ ਆਜ ਕਾਲ ਨਾ ਕਰ, ਆਜ ਕਾਲ ਕਰ ਕਾਲ ਸੰਗ ਹੈ। ਬਰਾਗਵਾਨ ਹੋ ਕੇ ਰਹਿ, ਵੀ ਪਤਾ ਨਹੀਂ ਕਦੋਂ ਸੰਸਾਰ ਵਿੱਚੋਂ ਚਲੇ ਜਾਣਾ ਹੈ, ਤੇ ਕਾਲ ਤਾਂ ਹਮੇਸ਼ਾ ਸਿਰ ਤੇ ਸਵਾਰ ਹੈ। ਸੁਆਮੀ ਧਰਮ ਸਦਾ ਪ੍ਰਤਪਾਲੈ, ਗੁਰੂ ਕਾ ਸਿੱਖ ਆਪਣੇ ਸੁਆਮੀ ਧਰਮ ਦਾ ਹਮੇਸ਼ਾ ਪਾਲਣ ਕਰੇ। ਧਰਮ ਪਾਲ ਸ਼ੁਭ ਰਸਤਾ ਭਾਲੈ, ਇਸ ਤਰ੍ਹਾਂ ਧਰਮ ਦੀ ਪਾਲਣਾ ਕਰਦਿਆਂ ਹੋਇਆਂ ਸ਼ੁਭ ਰਸਤੇ ਉੱਤੇ ਚੱਲੇ। ਸਮੈ ਸਮੈ ਸਿਰ ਭੋਜਨ ਸੇਵਾ, ਸਮੇਂ ਸਮੇਂ ਸਿਰ ਗੁਰੂ ਕੀਆਂ ਸੰਗਤਾਂ ਵਾਸਤੇ ਭੋਜਨ ਦੀ ਸੇਵਾ, ਗੁਰੂ ਕੇ ਲੰਗਰਾਂ ਦੀ ਸੇਵਾ ਕਰੇ। ਜੜਤਾ ਤਜ ਬਾਣੀ ਗੁਰ ਦੇਵਾ, ਇਸ ਤਰ੍ਹਾਂ ਜੜਤਾ ਆਲਸ ਨੂੰ ਤਿਆਗ ਕੇ ਗੁਰੂ ਕੀ ਬਾਣੀ ਨੂੰ ਗਾਉਣਾ ਕਰੇ। ਸੁਨੋ ਸਿੱਖ ਮਮਤਾ ਨਾ ਕਰਨੀ, ਹੇ ਸਿੱਖੋ ਸੁਣੋ, ਕਦੇ ਵੀ ਮਨ ਦੇ ਵਿੱਚ ਮਮਤਾ ਨਹੀਂ, ਮੇਰ ਤੇਰ ਨਹੀਂ ਕਰਨੀ ਵੀ ਆਹ ਮੇਰਾ ਆਹ ਤੇਰਾ ਹੈ। ਭਲੇ ਬੁਰੇ ਕੀ ਸੇਵਾ ਧਰਨੀ, ਜਦੋਂ ਗੁਰੂ ਕੇ ਲੰਗਰ ਵਿੱਚ ਪੰਗਤ ਵਿੱਚ ਆ ਕੇ ਕੋਈ ਬੈਠ ਜਾਵੇ, ਭਲਾ ਹੋਵੇ ਚਾਹੇ ਬੁਰਾ ਹੋਵੇ, ਉਸ ਵੇਲੇ ਕਹਿੰਦੇ ਸਾਰਿਆਂ ਦੀ ਸੇਵਾ ਕਰਨੀ ਹੈ। ਕਿਸੇ ਦੇ ਨਾਲ
ਕੋਈ ਵੀ ਦ્વੈਤ ਭਾਵ ਨਹੀਂ ਰੱਖਣੀ। ਨੀਚ ਸੰਗ ਨ ਕੀਜੈ ਮਿੱਤਰ। ਕਹਿੰਦੇ ਜਿਹੜਾ ਕੋਈ ਨੀਚ ਕਰਮ ਕਰਨ ਵਾਲਾ ਬੰਦਾ ਨਾ, ਇਹੋ ਜਿਹੇ ਬੰਦੇ ਨੂੰ ਕਦੇ ਮਿੱਤਰ ਨਾ ਬਣਾਓ, ਮਿੱਤਰਤਾ ਦੋਸਤੀ ਨਾ ਕਰੋ। ਵਚਨ ਹਾਰ ਕਾ ਝੂਠ ਚਿਤਰ। ਕਿਉਂਕਿ ਬਚਨਾਂ ਤੋਂ ਹਾਰਨ ਵਾਲੇ ਦਾ ਤਾਂ ਝੂਠਾ ਹੀ ਚਰਿੱਤਰ ਹੈ। ਜੋ ਮੇਰਾ ਸ਼ੁਭ ਸਿੱਖ ਕਹਾਵੈ। ਜਿਹੜਾ ਮੇਰਾ ਭਲਾ ਸਿੱਖ ਕਹਾਉਂਦਾ ਹੈ, ਬਾਹੁਰ ਲੈ ਸ਼ੁਭ ਕਰਮ ਕਮਾਵੈ। ਉਹ ਖੰਡੇ ਬਾਟੇ ਦਾ ਅੰਮ੍ਰਿਤ ਛਕੇ ਤੇ ਸ਼ੁਭ ਕਰਮ ਕਰੇ ਹਮੇਸ਼ਾ। ਪਿਛਲੇ ਅਗ ਸਭ ਜਾਏ ਮਿਲਾਏ। ਫਿਰ ਕਹਿੰਦੇ ਜੇ ਕੋਈ ਪਿਛਲੇ ਪਾਪ ਵੀ ਕੀਤੇ ਹੋਣਗੇ ਨਾ ਤਾਂ ਉਹਦੇ ਪਿਛਲੇ ਅਗ ਸਾਰੇ ਪਾਪ ਬਿਲਾਏ ਨਾਸ਼ ਹੋ ਜਾਣਗੇ। ਗੁਰ ਸ਼ਰਣੀ ਜਬ ਹੀ ਪਰ ਜਾਏ। ਜਦੋਂ ਗੁਰੂ ਕਾ ਸਿੱਖ ਆ ਕੇ ਗੁਰੂ ਦੀ ਸ਼ਰਨ ਪੈ ਜਾਂਦਾ ਤਾਂ ਗੁਰੂ ਉਹਦੇ ਪਿਛਲੇ ਸਾਰੇ ਗੁਨਾਹ ਮਾਫ ਕਰ ਦਿੰਦਾ ਹੈ। ਇਸੇ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਅਜ ਹੂੰ ਕਛ ਬਿਗੜਿਓ ਨਹੀਂ ਜੋ ਪ੍ਰਭ ਗੁਣ ਗਾਵੈ, ਔਰ ਜੋ ਸ਼ਰਨ ਆਵੈ ਤਿਸ ਕੰਠ ਲਾਵੈ, ਇਹੋ ਬਿਰਧ ਸੁਆਮੀ ਸੰਦਾ। ਇਹ ਮੇਰੇ ਮਾਲਕ ਦਾ ਸੁਆਮੀ ਦਾ ਸੁਭਾਅ ਹੈ, ਉਹਦੀ ਆਦਤ ਹੈ, ਉਹਦੀ ਬਾਣ ਹੈ ਵੀ ਜਿਹੜਾ ਵੀ ਸ਼ਰਨੀ ਆ ਜੇ, ਪੁੰਨੀ ਹੈ, ਪਾਪੀ ਹੈ, ਬਾਲਕ ਹੈ, ਬਜ਼ੁਰਗ ਹੈ, ਜਵਾਨ ਹੈ, ਇਸਤਰੀ ਹੈ, ਮਰਦ ਹੈ, ਕਿਸੇ ਤਰ੍ਹਾਂ ਦੇ ਵੀ ਕਰਮਾਂ ਵਾਲਾ ਹੈ, ਜਦੋਂ ਪਰਮੇਸ਼ਰ ਦੀ ਸ਼ਰਨ ਆ ਗਿਆ ਤੇ ਬਖਸ਼ਿਆ ਜਾਂਦਾ ਹੈ। ਹਾਂ, ਅਸੁਰਾਂ ਦੀ, ਦੈਂਤਾਂ ਦੀ ਤੇ ਭੂਤਾਂ ਪ੍ਰੇਤਾਂ ਦੀ ਸੇਵਾ ਤਿਆਗ ਦੇਵੇ। ਕਦੇ ਵੀ ਗੁਰੂ ਕਾ ਸਿੱਖ ਪੱਥਰਾਂ ਦੀ ਪਾਹਣ ਦੀ ਪੂਜਾ ਨਾ ਕਰੇ, ਕਿਉਂਕਿ ਸਤਿਗੁਰ ਸੱਚੇ ਪਾਤਸ਼ਾਹ ਨੇ ਆਖਿਆ ਨਾ ਕਛ ਪਾਹਣ ਮੈਂ ਪਰਮੇਸ਼ਰ ਨਹੀਂ। ਪੱਥਰਾਂ ਦੇ ਵਿੱਚ ਪਰਮਾਤਮਾ ਨਹੀਂ ਹੈ। ਜੋ ਪਾਥਰ ਕੀ ਪਾਈ ਪਾਏ ਤਾਂ ਕੀ ਘਾਲ ਅਜਾਈ ਜਾਏ। ਕਹਿੰਦੇ ਜਿਹੜਾ ਪੱਥਰਾਂ ਨੂੰ ਪੂਜਦਾ ਉਹਦੀ ਤਾਂ ਸੇਵਾ ਘਾਲ ਨਾ ਕੀਤੀ ਹੋਈ ਵੀ ਐਵੇਂ ਵਿਅਰਥ ਚਲੀ ਜਾਂਦੀ ਹੈ। ਜੋ ਪਾਥਰ ਕੋ ਕਹਤੇ ਦੇਵ ਤਾਂ ਕਿ ਬਿਰਥਾ ਹੋਵਤ ਸੇਵਾ। ਕਹਿੰਦੇ ਜਿਹੜੇ ਪੱਥਰਾਂ ਨੂੰ ਦੇਵਤੇ ਬਣਾ ਕੇ ਕਹਿੰਦੇ ਸੇਵਾ ਕਰਦੇ ਆ ਨਾ, ਉਹਨਾਂ ਦੀ ਸੇਵਾ ਤਾਂ ਵਿਅਰਥ ਨਿਸਫਲ ਜਾਂਦੀ ਹੈ। ਇਸ ਕਰਕੇ ਗੁਰੂ ਕਾ ਸਿੱਖ ਕਦੇ ਵੀ ਪੱਥਰ ਪੂਜਕ ਨਾ ਬਣੇ, ਕਿਉਂਕਿ ਪੱਥਰਾਂ ਦੀ ਪੂਜਾ ਕਰਨੀ ਹੈ ਤਾਂ ਕਲਯੁਗ ਦਾ ਪ੍ਰਭਾਵ ਹੈ। ਮੜੀਆਂ ਦੀ, ਮਸਾਣਾਂ ਦੀ, ਕਬਰਾਂ ਦੀ ਪੂਜਾ ਕਰਨੀ ਕਹਿੰਦੇ ਤੇ ਝੂਠਾ ਸਵਾਉ, ਝੂਠਾ ਹੀ ਪ੍ਰਯੋਜਨ ਹੈ। ਹਾਂ, ਕਹਿੰਦੇ ਜਿਹੜਾ ਡਿੰਬ ਕਰਦਾ ਹੈ, ਪਖੰਡ ਕਰਦਾ ਹੈ, ਨੱਕ ਜਾ ਬੰਦ ਕਰਕੇ ਬਹਿੰਦਾ, ਆਂਟ ਸੇਤੀ ਨਾਕ ਪਕੜੈ ਸੂਈ ਤੇ ਤਿੰਨ ਲੋਕ, ਕਹਿੰਦਾ ਮੈਨੂੰ ਤਿੰਨਾਂ ਲੋਕਾਂ ਦੀ ਸੋਝੀ ਆ ਗਈ। ਤੇ ਇਸ ਤਰ੍ਹਾਂ ਦਾ ਕਹਿੰਦੇ ਜਿਹੜਾ ਪਖੰਡ ਜਾ ਕਰਦਾ ਹੈ ਤੇ ਐਵੇਂ ਲੋਕਾਂ ਨੂੰ ਦਿਖਾ ਕੇ ਮਾਲਾ ਫੇਰਦਾ, ਮਾਥੇ ਤਿਲਕ ਹੱਥ ਮਾਲਾ ਬਾਨਾ, ਲੋਗਨ ਰਾਮ ਖਲਾਉਣਾ ਜਾਨਾ। ਐਸਾ ਜਿਹੜਾ ਕਹਿੰਦੇ ਬੰਦਾ ਹੈ ਉਹ ਤਾਂ ਕਹਿੰਦੇ ਨਾਪਾਕ ਅਪਵਿੱਤਰ ਹੈ। ਜਿਨ੍ਹਾਂ ਦੇ ਮਨ ਦੇ ਵਿੱਚ, ਹਿਰਦੇ ਦੇ ਵਿੱਚ ਭਾਵਨਾ ਨਹੀਂ ਪੈਦਾ ਹੋਈ। ਹਾਂ, ਕਹਿੰਦਾ ਪ੍ਰੇਮ ਬਹੂਣਾ, ਫਿਰ ਉਹ ਮਨੁੱਖ ਕਹਿੰਦੇ ਐਵੇਂ ਮੂਰਖ ਹੀ ਹੈ ਜਿਹੜਾ ਤੀਰਥਾਂ ਉੱਤੇ ਭਰਮਦਾ ਫਿਰਦਾ ਪ੍ਰੇਮ ਤੋਂ ਬਿਨਾਂ। ਗੁਰੂ ਕੀ ਬਾਣੀ ਦਾ ਕੀਰਤਨ, ਗੁਰੂ ਕੀ ਬਾਣੀ ਦਾ ਭਜਨ ਸਿਮਰਨ ਜਿਹੜਾ ਹੈ ਇਹ ਤਾਂ ਕਹਿੰਦੇ ਗੰਗਾ ਦੀ ਜਲ ਧਾਰ, ਗੰਗਾ ਦੀ ਜਲ ਧਾਰਾ ਵਾਂਗ ਨਿਰਮਲ ਹੈ, ਜਾਂ ਕਹਿੰਦੇ ਗੰਗਾ ਦੇ ਜਲ ਦੀ ਧਾਰਾ ਦੇ ਵਿੱਚ ਇਸ਼ਨਾਨ ਕਰਨ ਤੁਲ ਹੈ। ਉਹ ਕਹਿੰਦੇ ਮੁਕਤੀ ਨੂੰ ਪ੍ਰਾਪਤ ਕਰੇਗਾ, ਮੁਕਤ ਹੋ ਜਾਏਗਾ ਜਿਹੜਾ ਮੁਰ ਨਾਮੇ ਰਾਖਸ਼ ਨੂੰ ਮਾਰਨ ਵਾਲੇ ਵਾਹਿਗੁਰੂ ਪਰਮੇਸ਼ਰ ਦਾ ਭਜਨ ਕਰਦਾ ਹੈ। ਇਸ ਪ੍ਰਕਾਰ ਜਿਹੜਾ ਇਹ ਪ੍ਰਸੰਗ ਹੈ ਗੁਰੂ ਕੇ ਸਿੱਖਾਂ ਨੂੰ ਸਤਿਗੁਰੂ ਜੀ ਨੇ ਪਹਿਲਾਂ ਵੀ ਇੱਕ ਵਾਰ ਕਿਹਾ ਸੀ, ਅੱਜ ਫਿਰ ਦੁਹਰਾਇਆ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਚਿੱਤ ਦਾ, ਆਪਣੇ ਮਨ ਦਾ ਹਿੱਤ ਕਰਕੇ, ਪ੍ਰੇਮ ਕਰਕੇ ਗੁਰੂ ਕੇ ਸਿੱਖਾਂ ਦੇ ਨਾਲ ਅੱਜ ਦਾ ਜਿਹੜਾ ਇਹ ਪ੍ਰਸੰਗ ਹੈ ਬੜੀ ਸ਼ਰਧਾ ਭਾਵਨਾ ਦੇ ਨਾਲ ਸਤਿਗੁਰੂ ਜੀ ਨੇ ਗੁਰਸਿੱਖਾਂ ਨੂੰ ਸ਼ੁਭ ਉਪਦੇਸ਼ ਦੇਣ ਦੇ ਲਈ, ਸ਼ੁਭ ਸਿੱਖਿਆ ਦੇਣ ਦੇ ਲਈ ਆਖਿਆ ਹੈ। ਸੋ ਅੱਗੇ ਜਿਹੜੀ 100 ਸਾਖੀ ਦੀ ਜਿਹੜੀ ਅਗਲੀ 65ਵੀਂ ਸਾਖੀ ਪ੍ਰਾਰੰਭ ਹੋ ਜਾਏਗੀ। ਇਸੇ ਪ੍ਰਸੰਗ ਵਿੱਚ ਉਹ ਵੱਖਰਾ ਪ੍ਰਸੰਗ ਹੈ, ਉਹ ਆਪਾਂ ਕੱਲ੍ਹ ਸਰਵਣ ਕਰਾਂਗੇ। ਕਥਾ ਵਿਚਾਰ ਦੌਰਾਨ ਹੋਈਆਂ ਭੁੱਲਾਂ ਦੀ ਖਿਮਾ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ। ਆਪ ਜੀ ਨੇ ਸ਼ੁੱਧਤਾ ਵਾਸਤੇ ਅਰਦਾਸ ਕਰਨੀ, ਗੁਰੂ ਦਇਆ ਕਰੇ, ਕਿਰਪਾ ਕਰੇ, ਮਿਹਰ ਕਰੇ। ਆਓ ਸਮਾਪਤੀ ਦੀਆਂ ਤੁਕਾਂ ਪੜ੍ਹ ਕੇ ਉਪਰੰਤ ਅਰਦਾਸ ਵਿੱਚ ਸ਼ਾਮਲ ਹੋਈਏ। ਹਿਤ ਸੰਗ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।